हमसे पहले भी मुसाफिर कई गुजरे होंगे, कम से कम राह के पत्थर तो हटाते जाते हैं। ये हरपाल सिंह चीमा खजाना मंत्री ने राहत अंदौरी साहब के शेर ਦੇ ਵਿਚਾਲੇ ਵਿਧਾਨ ਸਭਾ ਦੇ ਵਿੱਚ ਆਮ ਬਜਟ ਆ ਜਿਹੜਾ ਪੰਜਾਬ ਦਾ ਬਜਟ ਆ ਉਹ ਪੇਸ਼ ਕੀਤਾ। 10 ਪੁਆਇੰਟ ਗਿਣਾਉਣ ਤੋਂ ਬਾਅਦ ਇਹ ਸ਼ੇਰ ਸਾਹਮਣੇ ਆਉਂਦਾ ਤੇ ਉਦੋਂ ਮਨਪ੍ਰੀਤ ਸਿੰਘ ਬਾਦਲ ਦੀ ਯਾਦ ਆ ਰਹੀ ਸੀ ਤੇ ਵਿਰੋਧੀ ਕਹਿੰਦੇ ਆ ਕਿ ਪੁਰਾਣੇ ਬਜਟ ਵਾਂਗੂ ਇਹੀ ਬਜਟ ਹੈ ਜਿਹੜਾ ਉਹ ਐਂ ਲੱਗਦਾ ਪਿਆ ਸੀ ਪੁਰਾਣਾ ਬਜਟ ਚੱਕ ਕੇ ਪੜ੍ਹ ਦਿੱਤਾ ਗਿਆ ਤੇ ਸਰਕਾਰ ਕਹਿੰਦੀ ਹੈ ਇਹ ਆਮ ਆਦਮੀ ਦਾ ਬਜਟ ਹੈ, ਆਮ ਆਦਮੀ ਪੱਖੀ ਬਜਟ ਹੈ। ਆਮ ਲੋਕਾਂ ਲਈ ਪਟਾਰੇ ਵਿੱਚ ਕੀ ਹੈਗਾ, ਸਰਕਾਰ ਕਹਿੰਦੀ ਕੋਈ ਨਵਾਂ ਟੈਕਸ ਨਹੀਂ ਲਾਇਆ, ਹੋਰ ਕੀ ਚਾਹੀਦਾ। केंद्र सरकार ने पंजाब के खजाने ਨੂੰ रोकिया होया 9035 करोड़ है जोड़ा दिता नहीं गा तो असी की करिए। इहो जे सवाल उत्थे सामने आया तो बोझ है जोड़ा वो टैक्स कलैक्शन का भी सामने आ रहा तो तुहाडे बोझ च की पै रहा, इसलिए पूछ रहे हैं बोझ तो बोझे तक बजट की। पहला बयानबाजी सुन लीए होई की है। जिन्ना असी टारगेट रखिया सीगा जे मैं कहा तो एक मिनट जी एक्साइज का 2-4 च रखे 2-4 जिन्ना असी टारगेट रखिया सीगा लगभग असी उहदे बिल्कुल करीब हाँ। हजे आ महीने का जोड़ा है 2 महीनों का हजे साडे इस महीने का खास करके क्योंकि एक्साइज का 10 नूं आउंदा गा, अज आउणा गा, उहदा हजे नहीं हैगा साडे फिगर दे विच अगले महीने का आउणा गा। इस ਜਿਹੜਾ ਇਹ ਬਜਟ ਹੈ ਇਹਦੇ ਵਿੱਚ ਇੱਕ ਵੀ ਸ਼ਬਦ ਹਰਪਾਲ ਸਿੰਘ ਚੀਮਾ ਨੇ ਉਸ ਸੈਕਸ਼ਨ ਪ੍ਰਤੀ ਜਿਸ ਸੈਕਸ਼ਨ ਨੇ ਇਹਨਾਂ ਨੂੰ ਸਰਕਾਰ 'ਚ ਲੈ ਕੇ ਆਂਦਾ, ਸੱਤਾ 'ਚ ਲੈ ਕੇ ਆਂਦਾ, ਇੱਕ ਸ਼ਬਦ। ਦੂਜੀ ਗਾਰੰਟੀ ਅਰਵਿੰਦ ਕੇਜਰੀਵਾਲ ਦੀ ਕਿ 20,000 ਕਰੋੜ ਰੁਪਈਆ ਅਸੀਂ ਤੁਹਾਨੂੰ ਮਾਈਨਿੰਗ 'ਚੋਂ ਦਾਂਗੇ, ਇੱਕ ਸ਼ਬਦ ਮਾਈਨਿੰਗ ਦਾ ਨਹੀਂ। ਵਿੱਤ ਮੰਤਰੀ ਸਾਹਿਬ ਵੱਖ-ਵੱਖ ਮਹਿਕਮਿਆਂ ਦੀਆਂ ਐਲੋਕੇਸ਼ਨਾਂ ਕਰੀ ਜਾਂਦੇ ਆ, ਉਹ ਪੂਰੀਆਂ ਕਿੱਥੋਂ ਹੋਣਗੀਆਂ? ਤੁਹਾਡਾ ਬਜਟ ਤਾਂ ਜਿਹੜਾ ਹੈਗਾ 34,784 ਕਰੋੜ ਰੁਪਈਆ ਟੋਟਲ ਘਾਟੇ ਦਾ ਬਜਟ ਤੁਸੀਂ ਪੇਸ਼ ਕਰ ਰਹੇ ਹੋ ਤੇ ਇਹ ਪੂਰਾ ਕਿੱਥੋਂ ਹੋਏਗਾ? ਇਹਦਾ ਵੀ ਤਾਂ ਦੱਸਣਾ ਚਾਹੀਦਾ ਨਾ ਵੀ ਪੂਰਾ ਕਿੱਥੋਂ ਹੋਏਗਾ। ਇਸ ਕਰਕੇ ਜਿੰਨਾ ਕੁ ਤੁਸੀਂ ਅਨਾਉਂਸ ਕੀਤਾ ਉਹ ਤਾਂ ਸਾਰਾ ਇਹਨੇ ਖਾ ਜਾਣਾ। ਕਿਉਂਕਿ ਸੋ ਪੰਜਾਬ ਦੇ ਲੋਕਾਂ ਨਾਲ ਤਾਂ ਇਹ ਗੱਲ ਹੋਈ ਕਿ ਮੈਂ ਧੀ ਜੰਮੂਗੀ, ਉਹਨੂੰ ਫਿਰ ਮੰਗੂਗੀ, ਵਿਆਹੂੰਗੀ, ਲੁੱਟੂੰਗੀ, ਤਾਂ ਫਿਰ ਜਾ ਕੇ ਪੰਜਾਬ ਦੇ ਲੋਕਾਂ ਦੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਹੈ। ਇਹ ਵੱਡਾ ਸਵਾਲ ਜਿਹੜਾ ਅਸੀਂ ਪੁੱਛਣ ਜਾ ਰਹੇ ਹਾਂ ਇਸ ਡਿਬੇਟ ਦੇ ਵਿੱਚ, ਵੱਡਾ ਸਵਾਲ ਅਸੀਂ ਪੁੱਛਾਂਗੇ ਪੰਜਾਬ ਸਰਕਾਰ ਦੇ ਬਜਟ 2023-24 ਚ ਕੋਈ ਨਵਾਂ ਟੈਕਸ ਨਹੀਂ ਦੇ ਦਾਅਵੇ 'ਚ ਕਿੰਨਾ ਦਾਅਵਾ ਹੈ। ਇਸੇ ਸਵਾਲ ਤੇ ਬਹਿਸ ਹੋਈ। ਜਿਹੜਾ ਪੈਨਲ ਸਾਡੇ ਨਾਲ ਤੁਹਾਡਾ ਤਾਰਫ ਕਰਾਉਂਦੇ ਆ ਤੇ ਫਿਰ ਡਿਬੇਟ ਓਪਨ ਹੋ ਜਾਵੇਗੀ। ਇਹ ਬਜਟ ਹੈ, ਇਹ ਬਜਟ ਦੀ ਕਾਪੀ ਹੈ, ਤੁਹਾਡੇ ਹੱਥਾਂ ਤੱਕ ਨਹੀਂ ਪਹੁੰਚਦੀਆਂ ਇਹ ਕਾਪੀਆਂ। ਹਾਲਾਂਕਿ ਰਾਜਪਾਲ ਦੇ ਭਾਸ਼ਣ ਨਾਲ ਕਹਿੰਦੇ ਤੁਹਾਡੇ ਤੱਕ ਪਹੁੰਚਣੇ ਚਾਹੀਦੇ ਆ, ਪਰ ਅਸੀਂ ਚਾਹੁੰਦੇ ਹਾਂ ਕਿ ਬਜਟ ਦੀ ਕਾਪੀ ਵੀ ਤੁਹਾਡੇ ਕੋਲ ਪਹੁੰਚਣੀ ਚਾਹੀਦੀ ਹੈ, ਚਾਹੇ ਉਹ PDF ਦੀ ਸ਼ੇਪ ਵਿੱਚ ਹੀ ਹੋਵੇ। ਜਿਹੜਾ ਪੈਨਲ ਸਾਡੇ ਨਾਲ ਆ ਤੁਹਾਡਾ ਤਾਰਫ ਕਰਾ ਰਹੇ ਹਾਂ ਡਾਕਟਰ ਰਾਜੀਵ ਖੋਸਲਾ, ਇਕੋਨਮਿਸਟ ਨੇ। ਇਹਨਾਂ ਨੇ ਪੂਰਾ ਬਜਟ ਸੁਣਿਆ ਤੇ ਉਹਦਾ ਵਿਸ਼ਲੇਸ਼ਣ ਵੀ ਕਰਕੇ ਬੈਠੇ ਹੋਣਗੇ, ਮੈਨੂੰ ਉਮੀਦ ਹੈ। ਡਾਕਟਰ ਰਾਜੀਵ ਖੋਸਲਾ ਇਕੋਨਮਿਸਟ ਨੇ। ਡਾਕਟਰ ਖੋਸਲਾ ਤੁਹਾਡਾ ਬਹੁਤ ਸਵਾਗਤ ਹੈ। ਅਹਿਬਾਬ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਹੈ, ਜਿਹੜੇ ਆਮ ਆਦਮੀ ਪਾਰਟੀ ਦੇ ਇੰਟੈਲੀਜੈਂਟ ਸਪੋਕਸਪਰਸਨ ਉਹਨਾਂ ਵਿੱਚ ਇਹਨਾਂ ਦਾ ਨਾਮ ਆਉਂਦਾ। ਗਰੇਵਾਲ ਸਾਹਿਬ ਨੂੰ ਤਾਂ ਹੀ ਪਾਰਟੀ ਭੇਜਦੀ ਹੈ। ਗਰੇਵਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਜਗਮੀਤ ਸਿੰਘ ਢਿੱਲੋਂ ਕਾਂਗਰਸ ਸਪੋਕਸਪਰਸਨ ਹੈ, ਇਹ ਯੂਥ ਆਗੂ ਹੈ ਤੇ ਯੂਥ ਨੂੰ ਇਸ ਬਜਟ ਵਿੱਚ ਕੀ ਮਿਲਿਆ ਜਗਮੀਤ ਸਿੰਘ ਢਿੱਲੋਂ ਸਾਨੂੰ ਦੱਸ ਸਕਦੇ ਆ। ਢਿੱਲੋਂ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਪਰਮਬੀਰ ਸਿੰਘ ਇਹਨਾਂ ਦੀ ਪਾਰਟੀ ਖੇਤੀ ਦੀ ਗੱਲ ਕਰਦੀ ਹੈ ਤੇ ਹੁਣ ਖੇਤੀ ਦੇ ਮੁੱਦੇ ਤੇ ਇਹ ਆਪਦਾ ਵਿਸ਼ਲੇਸ਼ਣ ਕਰਕੇ ਬੈਠੇ ਹੋਣਗੇ। ਸ਼੍ਰੋਮਣੀ ਅਕਾਲੀ ਦਲ ਦਾ ਸਪੋਕਸਪਰਸਨ ਹੈ ਪਰਮਬੀਰ ਸਿੰਘ, ਤੁਹਾਡਾ ਬਹੁਤ ਸਵਾਗਤ ਹੈ। ਸਰਵਿਸ ਚੰਨੀ ਫਾਰਮਰ IAS ਨੇ, ਇਹ ਤਾਂ ਇਹਨਾਂ ਕਮੇਟੀਆਂ ਦੇ ਵਿੱਚ ਇਹਨਾਂ ਅਹੁਦਿਆਂ ਦੇ ਵਿੱਚ ਬਹੁਤ ਸਮਾਂ ਇਹਨਾਂ ਨੇ ਕੰਮ ਕੀਤਾ ਤੇ ਇਹਨਾਂ ਤੇ ਸਿੱਧਾ ਇਲਜ਼ਾਮ ਲਾਤਾ ਕਿ 9035 ਕਰੋੜ ਸਾਡੇ ਰੋਕੇ ਹੋਏ ਆ। ਚੰਨੀ ਸਾਹਿਬ ਦੱਸਣਗੇ ਕਿਉਂ ਰੋਕੇ ਹੋਏ ਆ, ਕਿਉਂ ਨਹੀਂ ਦੇ ਰਹੇ। ਚੰਨੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਅਹਿਬਾਬ ਸਿੰਘ ਗਰੇਵਾਲ ਤੁਹਾਨੂੰ ਕਰਨਾ ਚਾਹੂੰਗਾ। ਅਹਿਬਾਬ ਸਿੰਘ ਗਰੇਵਾਲ, ਮੈਂ ਉਮੀਦ ਕਰਦਾ ਕਿ ਸਵਾਲ ਟੂ ਦਾ ਪੁਆਇੰਟ ਤੇ ਜਵਾਬ ਵੀ ਟੂ ਦਾ ਪੁਆਇੰਟ ਹੀ ਹੋਣਗੇ। ਸਰ, ਟੈਕਸ ਕਲੈਕਸ਼ਨ ਵਾਲਾ ਸਵਾਲ ਮੈਂ ਉੱਥੇ ਖਜ਼ਾਨਾ ਮੰਤਰੀ ਸਾਹਿਬ ਨੂੰ ਵੀ ਕੀਤਾ ਸੀਗਾ ਤੇ ਜੇ ਟੈਕਸ ਕਲੈਕਸ਼ਨ ਦੇ ਵਿੱਚ ਜੇ ਪਾੜਾ ਪੈ ਰਿਹਾ ਸਰ ਗਰੇਵਾਲ ਸਾਹਿਬ, ਉਹਦਾ ਇਫੈਕਟ ਵੀ ਪਾਊਗਾ? ਬਿਲਕੁਲ ਪਊਗਾ, ਬਟ ਉਹਦੇ ਲਈ KP ਜੀ ਅਸੀਂ ਮੈਂ ਛੋਟਾ ਜਿਹਾ ਜੇ ਭੂਮਿਕਾ ਬਣ ਦਵਾਂ ਜੀ। 1,96,000 ਕਰੋੜ ਦਾ ਬਜਟ ਹੈ, ਅਪਰੋਕਸੀਮੇਟਲੀ 1,23,000 ਕਰੋੜ ਦਾ ਐਕਸਪੈਂਡੀਚਰ ਦਿਖਾਇਆ ਗਿਆ, 26% ਇਨਕਰੀਜ਼ ਹੈ ਜੀ ਪਿਛਲੇ ਸਾਲ ਨਾਲੋਂ। ਐਂਡ GSDP ਸਟੇਟ ਦਾ ਮੈਨੂੰ ਬੜੀ ਖੁਸ਼ੀ ਹੋਈ ਜਾਣ ਕੇ ਕਿ ਆਲਮੋਸਟ 10% ਵੱਧ ਗਿਆ ਇੱਕ ਸਾਲ 'ਚ।
6,38,000 ਕਰੋੜ ਤੋਂ 6,98,000 ਕਰੋੜ ਹੋ ਗਿਆ। ਮੈਨੂੰ ਹੁਣੇ ਜਾਣਕਾਰੀ ਮਿਲੀ ਹੈ, ਮੈਂ ਧੰਨਵਾਦੀ ਹਾਂ ਖੋਸਲਾਈ ਦਾ ਇਸ ਗੱਲ ਲਈ। ਐਂਡ ਜਿਹੜੀ ਗੱਲ ਆਪਾਂ ਨੂੰ ਕਹੀ ਜਾਂਦੀ ਹੈ ਕਿ ਯੂਥ ਲਈ ਜਾਂ ਐਗਰੀਕਲਚਰ ਲਈ ਜਾਂ ਇੱਕ ਇੰਡਸਟਰੀ ਲਈ ਕੀ ਹੈ, ਬੇਸਿਕਲੀ ਕੀ ਹੈ ਜੀ ਕਿ ਪਹਿਲਾ ਬਜਟ ਹੈ ਜਿਹੜਾ ਸੋਸ਼ਲ ਸਪੈਂਡਿੰਗ ਕਰਦਾ ਹੈ, ਪਹਿਲਾ ਬਜਟ ਹੈ ਜਿਹੜਾ ਕਿ ਇਨਫਰਾਸਟ੍ਰਕਚਰ ਸਪੈਂਡਿੰਗ ਕਰ ਰਿਹਾ ਹੈ। ਨਹੀਂ, ਮੈਂ ਨਹੀਂ ਕਹਿ ਰਿਹਾ ਕਿ ਪਹਿਲਾਂ ਨਹੀਂ ਹੋਏ, ਬਟ ਜਿਹੜਾ ਕਨਸੈਂਟਰੇਟ ਕਰ ਰਿਹਾ ਇਹਨਾਂ ਚੀਜ਼ਾਂ। ਪਹਿਲਾ ਬਜਟ ਹੈ ਜਿਹੜਾ ਟੂਰਿਜ਼ਮ ਨੂੰ ਵਧਾਵਾ ਦੇਣ ਲਈ ਜਿਹੜੀਆਂ ਥਾਵਾਂ ਤੋਂ ਸਟੇਟ ਨੂੰ ਆਮਦਨ ਆ ਸਕਦੀ ਹੈ ਉਹਨੂੰ ਵਧਾਉਣ ਲਈ ਕੰਮ ਕਰ ਰਿਹਾ ਹੈ। ਹੈਲਥ ਐਜੂਕੇਸ਼ਨ ਐਵਰੇਜ ਜੇ ਆਪਾਂ ਲਾਈਏ, ਹੈਲਥ ਐਜੂਕੇਸ਼ਨ ਇੰਫਰਾਸਟ੍ਰਕਚਰ ਡਿਫੈਂਸ ਲਾਅ ਐਂਡ ਆਰਡਰ ਪੁਲਿਸ ਸਪੈਂਡਿੰਗ, ਡਿਫੈਂਸ ਮਤਲਬ ਪੁਲਿਸ ਸਪੈਂਡਿੰਗ ਐਵਰੇਜ 12 ਤੋਂ 13% ਦੀ ਇਨਕਰੀਜ਼ ਕੀਤੀ ਗਈ ਹੈ। ਮੈਂ ਹੁਣੇ ਸੁਣ ਰਿਹਾ ਸੀਗਾ ਅਕਾਲੀ ਦਲ ਦੇ ਆਗੂ ਕਹਿ ਰਹੇ ਸੀਗੇ ਕਿ ਬਈ ਤੁਹਾਡੇ ਕੋਲ 38,000 ਕਰੋੜ ਦਾ ਡੈਫਿਸਿਟ ਹੈ, ਤੁਸੀਂ ਕਿੱਥੋਂ ਪੂਰਾ ਕਰੋਗੇ? ਉਹਦੇ ਸਾਡੇ ਦੋ ਸਿੰਪਲ ਜੇ ਗੱਲ ਨੇ। ਦੇਖੋ ਜੀ, ਤੁਸੀਂ ਕਹਿੰਦੇ ਸੀ ਰੇਤਾ 20,000 ਕਰੋੜ, ਆਫ ਕੋਰਸ ਉਹਦੀਆਂ ਆਮਦਨਾਂ ਆਉਣਗੀਆਂ, ਪਰ ਸਾਡਾ ਇਹ ਹੈ ਕਿ ਨੰਬਰ 1 ਟੂਰਿਜ਼ਮ, ਨੰਬਰ 2 ਜਦੋਂ ਇਨਫਰਾਸਟ੍ਰਕਚਰ ਤੇ ਸਪੈਂਡਿੰਗ ਕਰੇਗੀ ਸਰਕਾਰ ਤਾਂ ਉਹਦੇ ਤੋਂ ਤੁਹਾਨੂੰ ਡਿਵੀਡੈਂਡ ਮਿਲੇਗਾ। ਜਦੋਂ ਇਨਵੈਸਟਮੈਂਟ ਆਏਗੀ ਉਹ ਤੋਂ ਤੁਹਾਨੂੰ ਡਿਵੀਡੈਂਡ ਮਿਲੇਗਾ। ਜਦੋਂ ਤੁਸੀਂ ਇੱਕ ਤਰੀਕੇ ਦੀ ਸਪੈਂਡਿੰਗ ਕਰਦੇ ਹੋ ਜਿੱਥੇ ਤੁਹਾਡੀ ਇਕਨੋਮੀ ਗਰੋਥ ਕਰਦੀ ਹੈ। ਉਹ ਕਿਵੇਂ ਕਹਿਣਾ ਕੇਪੀ ਜੀ, ਐਗਰੀਕਲਚਰ ਦੇ ਵਿੱਚ ਕਿਵੇਂ ਕਹਿਣਾ ਹੈ, ਅਸੀਂ ਜੋੜ ਰਹੇ ਹਾਂ ਕੋਆਪਰੇਟਿਵਸ ਨੂੰ, ਮਾਰਕਫੈਡ ਨੂੰ, ਮਿਲਕਫੈਡ ਨੂੰ, ਪਨਗ੍ਰੇਨ ਨੂੰ, ਪਨਸਪ ਨੂੰ ਜੋੜ ਰਹੇ ਹਾਂ ਵਿਦ ਦ ਮਾਰਕੀਟ। ਅਸੀਂ ਸਮਝ ਗਏ ਹਾਂ, ਸਾਰੀ ਦੁਨੀਆ ਜਾਣਦੀ ਹੈ ਕਿ ਫਿਨਿਸ਼ਡ ਪ੍ਰੋਡਕਟ ਜਿਹੜਾ ਹੈਗਾ 1 ਰੁਪਏ ਕਿਲੋ ਪਿਆਜ਼ ਮਿਲ ਰਿਹਾ ਸੀਗਾ ਜੀ, ਬਟ ਦੈਨ ਅਗੇਨ ਜੇ ਤੁਸੀਂ ਇਸੇ ਪਿਆਜ਼ ਨੂੰ ਪ੍ਰੋਸੈਸ ਕਰਕੇ ਵੇਚਦੇ ਹੋ ਤੁਹਾਨੂੰ 25-25 ਰੁਪਏ ਦਾ ਇੱਕ ਪੈਕੇਟ ਵੀ ਮਿਲ ਜਾਂਦਾ। ਸੋ ਬੇਸਿਕਲੀ ਅਸੀਂ ਉਹ ਪ੍ਰੋਸੈਸਿੰਗ ਵੱਲ ਚੱਲ ਰਹੇ ਹਾਂ। ਸਾਡਾ ਕੋਆਪਰੇਟਿਵਸ ਨੂੰ ਰਿਵਾਈਵ ਕਰਨ ਦਾ ਇੱਕ ਪ੍ਰੋਪਰ ਜਿਹੜਾ ਰੋਡ ਮੈਪ ਬਣਿਆ ਹੋਇਆ, ਤੇ ਮੈਂ ਵਧਾਈ ਦਊਂਗਾ ਚੀਮਾ ਸਾਹਿਬ ਨੂੰ ਕਿ ਡਿਸਪਾਈਟ ਆਲ ਦ ਆਡਸ ਇਹਨਾਂ ਨੇ ਆਲਮੋਸਟ ਜੇ 10% ਦੀ ਜੀਐਸਡੀਪੀ ਦੇ ਵਿੱਚ ਇਨਕਰੀਜ਼ ਦਿਖਾਈ ਹੈ, ਤੇ ਆਫ ਕੋਰਸ ਜਿਹੜੀਆਂ ਚੀਜ਼ਾਂ ਤੇ ਸਰਕਾਰ ਦੀ ਸਪੈਂਡਿੰਗ ਮੈਂਡੇਟਰੀ ਹੈ ਉਹਦੇ ਤੇ ਵੀ ਵਧੀਆ, ਤੇ ਇਹ ਲਕੀਰ ਤੇ ਲਿਆਉਣ ਲਈ ਸਮਾਂ ਜ਼ਰੂਰ ਲੱਗੇਗਾ। ਬਟ ਮੈਂ ਸਮਝਦਾ ਕਿ ਅੱਜ ਪੰਜਾਬ ਦਾ ਬਜਟ ਜਿਹੜਾ ਇੱਕ ਪ੍ਰੋਗਰੈਸਿਵ ਬਜਟ ਹੈ, ਹਰ ਵਰਗ ਲਈ ਕੁਝ ਪੇਸ਼ ਕਰਦਾ ਹੈ। ਮੇਰੇ ਸਵਾਲ ਦਾ ਜਵਾਬ ਹਜੇ ਤੱਕ ਨਹੀਂ ਮੈਨੂੰ ਮਿਲਿਆਗਾ। ਮੈਂ ਲਗਾਤਾਰ ਇਹ ਸਵਾਲ ਪੁੱਛ ਰਿਹਾ, ਟੈਕਸ ਕਲੈਕਸ਼ਨ ਜਿੰਨਾ ਤੁਸੀਂ ਟੀਚਾ ਮਿੱਥਿਆ ਸੀ ਉਹ ਪੂਰਾ ਨਹੀਂ ਹੋਣ ਜਾ ਰਿਹਾ ਸਰ? ਨਹੀਂ ਹੋਣ ਜਾ ਰਿਹਾ, ਬਿਲਕੁਲ ਨਹੀਂ ਹੋਣ ਜਾ ਰਿਹਾ। ਆਫ ਕੋਰਸ ਪ੍ਰੋਬਲਮ ਸੀਗੀਆਂ, ਹਾਂ ਫਰਕ ਹੈਗਾ ਕੁਝ ਪਰਸੈਂਟੇਜ ਪੁਆਇੰਟਸ ਦਾ, ਬਟ ਗੱਲ ਕੀ ਹੁੰਦੀ ਹੈ ਜੀ, 1 ਸਾਲ ਦੇ ਐਕਸਪੀਰੀਅੰਸ ਤੋਂ ਸਿੱਖ ਕੇ ਤੁਸੀਂ ਅਗਲੇ ਤੇ ਜਾਂਦੇ ਹੋ। ਸਾਡਾ ਅਗਲੇ ਸਾਲ ਦਾ ਜਿਹੜੇ ਟਾਰਗੇਟਸ ਨੇ, ਅਸੀਂ ਫੋਰੈਕਸ ਰਿਜ਼ਰਵਸ ਟੂਰਿਜ਼ਮ ਵਧਾ ਕੇ, ਅਸੀਂ ਜਿਹੜਾ ਫਿਜ਼ੀਕਲ ਇਨਫਰਾਸਟ੍ਰਕਚਰ ਹੈ ਉਹਦੇ ਤੋਂ ਜਿਹੜਾ ਐਡਵਾਂਟੇਜ ਮਿਲਣਾ, ਜਿਹੜਾ ਅਰਬਨ ਇਨਫਰਾਸਟ੍ਰਕਚਰ ਹੈ ਜਿਹਦੇ ਵਿੱਚ ਇਹ ਹੁਣ ਸਾਨੂੰ ਬੜਾ ਰੌਲਾ ਪੈ ਰਿਹਾ ਸੀ, ਐਨਓਸੀਆਂ ਨਹੀਂ ਹੈਗੀਆਂ ਜੀ, ਫਲਾਣਾ ਨਹੀਂ ਹੈਗਾ। ਮੋਰ ਇੰਪੋਰਟੈਂਟਲੀ ਅਸੀਂ ਉਹਨੂੰ ਜਿਹੜਾ ਅਰਬਨ ਇਨਫਰਾਸਟ੍ਰਕਚਰ ਪਲਾਨਿੰਗ ਹੈ, ਜਿਹੜੀ ਸਭ ਤੋਂ ਵੱਡੀ ਸਰਕਾਰ ਦੀ ਐਫਡੀ ਹੁੰਦੀ ਹੈ, ਉਹਨੂੰ ਬੈਟਰ ਕਰਕੇ ਐਂਡ ਬਸ ਕਿ 59 ਲੱਖ ਲੋਕਾਂ ਨੂੰ ਅਸੀਂ ਇੱਕ ਕਵਰ ਦੇ ਰਹੇ ਹਾਂ, ਭਾਵੇਂ ਬੁਢਾਪਾ ਪੈਨਸ਼ਨ ਹੋਵੇ, ਭਾਵੇਂ ਵਿਧਵਾ ਪੈਨਸ਼ਨ ਹੋਵੇ, ਵੀ ਆਰ ਟ੍ਰਾਈਂਗ ਆਰ ਬੈਸਟ। ਚਲੋ, ਤੁਸੀਂ ਸਟੇਟ ਐਕਸਾਈਜ਼ ਕਿਹਾ ਇਨਕਰੀਜ਼ 45% ਹੋਈ ਹੈ, ਨੌਨ ਟੈਕਸ ਜਿਹੜੇ ਉਹ 26% ਤੁਸੀਂ ਦੱਸੇ ਹੈ, 23% ਤੁਸੀਂ ਸਟੇਟ ਜੀਐਸਟੀ ਦੱਸੀ ਹੈ, ਇਸ ਤੋਂ ਬਾਅਦ 12% ਤੁਸੀਂ ਵਹੀਕਲ ਵਾਲਾ ਪਾਲਿਸੀ ਦੇ ਵਿੱਚ ਦੱਸਿਆ। ਮੇਰਾ ਸਵਾਲ ਹੈ ਗਰੇਵਾਲ ਸਾਹਿਬ, ਤੁਸੀਂ ਤਾਂ ਕਿਹਾ ਸੀ ਵੀ ਅਸੀਂ ਆਵਾਂਗੇ ਤਾਂ ਮਾਈਨਿੰਗ ਵਿੱਚ ਬਹੁਤ ਵੱਡਾ ਅਸੀਂ ਇਜ਼ਾਫਾ ਕਰ ਦੇਵਾਂਗੇ, ਉਹਦੇ ਵਿੱਚ ਰੈਵਨਿਊ ਜਿਹੜਾ ਸਾਡੇ ਕੋਲ ਆਉਣਾ 20,000 ਕਰੋੜ ਦਾ ਤੁਸੀਂ ਕਿਹਾ ਸੀ ਸਰ ਜਦੋਂ ਇਲੈਕਸ਼ਨ ਤੋਂ ਪਹਿਲਾਂ। ਜੀ ਗਰੇਵਾਲ ਸਾਹਿਬ ਕਿੰਨਾ ਆਇਆ ਮਾਈਨਿੰਗ ਚੋਂ? ਦੇਖੋ ਕੇਪੀ ਜੀ, ਮੈਂ ਐਗਜ਼ੈਕਟ ਆંકੜਾ ਤਾਂ ਨਹੀਂ ਦੇ ਪਾਉਂਗਾ, ਪਰ ਇੱਕ ਚੀਜ਼ ਮੈਂ ਜ਼ਰੂਰ ਕਹਿ ਪਾਉਂਗਾ ਕਿ 31 ਮਾਰਚ ਤੋਂ ਮਾਈਨਿੰਗ ਪਾਲਿਸੀ ਜਿਹੜੀ ਨਵੀਂ ਸਰਕਾਰ ਦੀ ਲਾਗੂ ਹੋਏਗੀ, ਉਹਦੇ ਵਿੱਚ ਜਿਹੜੀ ਰੈਵਨਿਊ ਹੈ, ਜਿਹੜੇ ਵੀ ਬੰਦੇ ਰੇਤੇ ਦੀ ਮਾਈਨਿੰਗ 'ਚ ਕੰਮ ਕਰਦੇ ਰਹੇ ਨੇ ਉਹ ਬਾਰ-ਬਾਰ ਇੱਕੋ ਗੱਲ ਕਹਿੰਦੇ ਜੀ, ਕੋਠੇ ਭਰ ਜਾਂਦੇ ਸੀ। ਉਹ ਐਡਕੀ ਲੋਕਾਂ ਦੇ ਨਹੀਂ। ਮੈਂ ਦੱਸ ਦਿੰਦਾ ਗਰੇਵਾਲ ਸਾਹਿਬ, ਮੈਂ ਦੱਸ ਦਿੰਦਾ 153 ਕਰੋੜ 15 ਜਨਵਰੀ 2023 ਤੱਕ ਦਾ ਡਾਟਾ ਸਰ। ਆਫ ਕੋਰਸ ਹਾਂ, ਤੇ 23 ਤੱਕ ਦਾ ਪਾਲਿਸੀ ਵੀ ਤਾਂ ਪੁਰਾਣੀ ਸੀ ਸਰ। ਸਾਡੀ ਪਾਲਿਸੀ ਤਾਂ 1 ਅਪ੍ਰੈਲ ਤੋਂ ਲੱਗਣੀ ਹੈ, ਤਾਂ ਦੇਖ ਲਾਂਗੇ। ਤੇ ਇੱਕ ਸਰਕਾਰ ਨੇ 2020-21 ਦੇ ਵਿੱਚ 178 ਕਰੋੜ ਰੁਪਏ ਸਰ ਡਾਟਾ ਦਿੱਤਾ। ਇਹ ਡਾਟਾ ਸਰ ਮੇਰੇ ਕੋਲ ਪਿਆ ਸਰ। ਡਾਟਾ ਸਹੀ ਹੋਊਗਾ ਸਰ, ਪਰ ਗੱਲ ਸੁਣੋ ਨਾ, ਜਿਹੜੀ ਸਰਕਾਰ ਨੇ ਪਾਲਿਸੀ ਬਣਾਈ ਉਹਦੇ ਸਰਕਾਰ ਦੇ ਹਿਸਾਬ ਨਾਲ ਕਮਾਈ ਹੋਈ। ਕਾਂਗਰਸ ਦੀ ਪਾਲਿਸੀ ਸੀਗੀ, ਖਤਮ ਹੋ ਰਹੀ ਹੈ 31 ਮਾਰਚ ਨੂੰ, 1 ਅਪ੍ਰੈਲ ਤੋਂ ਅਗਲੇ ਸਾਲ ਤੋਂ ਦੇਖਾਂਗੇ ਸਾਡੀ ਪਾਲਿਸੀ। ਜਦੋਂ ਨਵੀਂ ਪਾਲਿਸੀ ਆ ਜਾਣਗੇ, ਕੋਈ ਵੀ ਹੈ, ਚਾਹੇ ਮਾਈਨਿੰਗ ਹੈ, ਸਪੋਰਟਸ ਹੈ, ਉਹਦੇ ਉਦੋਂ ਬਾਅਦ ਪੰਜਾਬ ਦੇ ਹਾਲਾਤ ਬਦਲਣੇ ਸ਼ੁਰੂ ਹੋ ਜਾਣਗੇ। ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਪੰਜਾਬ ਦੇ ਹਾਲਾਤ ਬਦਲਣੇ ਸ਼ੁਰੂ ਹੋ ਗਏ ਜੀ। ਇੱਕ ਰੇ ਆਫ ਹੋਪ ਪੰਜਾਬ 'ਚ ਜਾਗ ਰਹੀ ਹੈ। ਇਨਵੈਸਟਮੈਂਟ ਡਿਟੇਲਸ ਮਾਨ ਸਾਹਿਬ ਦੇ ਚੁੱਕੇ ਹੈ, ਆਪਣੇ ਫਾਈਨੈਂਸ ਮਿਨਿਸਟਰ ਸਾਹਿਬ ਬਦਲਣੇ ਸ਼ੁਰੂ ਹੋ ਗਏ ਨੇ, ਐਂਡ ਵੀ ਆਰ ਵਰਕਿੰਗ ਵੈਰੀ ਹਾਰਡ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਰਿਜ਼ਲਟ ਓਰੀਐਂਟਡ ਕਰੀਏ, ਪੰਜਾਬੀਆਂ ਨੂੰ ਲੱਗੇ ਕਿ ਸਾਡਾ ਪੈਸਾ ਸਾਡੇ ਤੇ ਲੱਗ ਰਿਹਾ। ਚਲੋ, ਮੈਂ ਇੱਕ ਛੋਟਾ ਬ੍ਰੇਕ ਲੈਣਾ, ਬਾਕੀ ਮਹਿਮਾਨਾਂ ਤੋਂ ਮੈਂ ਮਾਫੀ ਮੰਗਦਾ ਕਿ ਮੈਂ ਪਹਿਲਾਂ ਹੀ ਕਹਿ ਦਿੰਦਾ ਕਿ ਉਹਨਾਂ ਨੂੰ ਵਕਤ ਮੈਂ ਘੱਟ ਦੇ ਪਾਊਂਗਾ ਜਿੰਨਾ ਡਿਬੇਟ ਦਾ ਟਾਈਮ ਹੈਗਾ, ਪਰ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਪੁਆਇੰਟਸ ਦੇ ਉੱਤੇ ਕੇਂਦਰਿਤ ਕੀਤਾ ਜਾਵੇ ਜਿਨ੍ਹਾਂ ਪਤਾ ਲੱਗ ਸਕੇ ਕਿ ਪੰਜਾਬ ਦੇ ਖਜ਼ਾਨੇ 'ਚ ਹੈ ਕੀ ਹੈ ਤੇ ਤੁਹਾਡੇ ਬੋਝੇ 'ਚ ਪਾਇਆ ਕੀ ਗਿਆ ਤੇ ਕੱਢਿਆ ਕੀ ਗਿਆ। ਵਾਪਸ ਆ ਰਹੇ।
ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਪੰਜਾਬ ਸਰਕਾਰ ਦੇ ਬਜਟ 2023-24 'ਚ ਕੋਈ ਨਵਾਂ ਟੈਕਸ ਨਹੀਂ ਦੇ ਦਾਅਵੇ 'ਚ ਕਿੰਨਾ ਦਮ ਹੈ? ਮਿਸਟਰ ਖੋਸਲਾ, ਇਸ ਦਾਅਵੇ 'ਚ ਤੁਹਾਨੂੰ ਦਮ ਲੱਗਦਾ ਕੋਈ ਨਵਾਂ ਟੈਕਸ ਨਹੀਂ ਲਾਇਆ? ਬੜੇ ਖੁਸ਼ ਆ ਲੋਕ, ਕਹਿੰਦੇ ਨਵਾਂ ਟੈਕਸ ਨਹੀਂ ਲਾਉਂਦੀ ਸਰਕਾਰ ਇਹ। केपी जी पहला मैं एक मिसअंडरस्टैंडिंग क्लियर कर दवां भी जेड़ा जीएसडीपी ਨੂੰ ਲੈ ਕੇ ਹੈਗੀ ਹੈ जीएसडीपी ਜਿਹੜੀ 6,98,000 ਕਰੋੜ ਦੀ ਗੱਲ ਹੋਈ ਹੈ ਕਿ ਇਹ 2023-24 ਦੇ ਵਿੱਚ ਅਰਜਿਤ ਹੋਏਗੀ। ਉਸ ਤੋਂ ਪਹਿਲਾਂ ਜਿਹੜੀ ਹੁਣ ਤੱਕ ਹੈ ਉਹ ਜਿਹੜੀ ਅੱਜ ਚੀਮਾ ਸਾਹਿਬ ਨੇ ਦੱਸੀ ਹੈ ਉਹ ਦੱਸੀ ਹੈ 6,38,000 ਕਰੋੜ। ਮੈਂ ਆਪਣੇ ਪੈਨਲਿਸਟ ਜਿਹੜੇ ਨੇ ਉਹਨਾਂ ਦੇ ਔਰ ਤੁਹਾਡੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਹਾਂ ਕਿ ਜਿਹੜਾ 2020-21 ਦਾ ਜਦੋਂ ਬਜਟ ਮਨਪ੍ਰੀਤ ਬਾਦਲ ਜੀ ਨੇ ਪੇਸ਼ ਕੀਤਾ ਸੀ ਉਦੋਂ ਕਿਹਾ ਸੀ 6,44,000 ਕਰੋੜ ਦੀ ਜੀਐਸਡੀਪੀ ਹੋਏਗੀ। ਇਹਦਾ ਮਤਲਬ ਹੈ ਵੀ ਪਿਛਲੇ 2 ਸਾਲਾਂ ਦੇ ਵਿੱਚ ਜੀਐਸਡੀਪੀ ਜਿਹੜੀ ਹੈ ਕੋਰੋਨਾ ਦਾ ਇਫੈਕਟ ਰਿਹਾ ਹੈ। ਇਹ ਸਰਕਾਰਾਂ ਮੰਨਦੀਆਂ ਨੇ ਹੁਣ ਬਈ 2 ਸਾਲ ਲਗਾਤਾਰ ਵਾਸ਼ ਆਊਟ ਹੋਏ ਆ, ਅਸੀਂ ਹੁਣ ਉਸ ਜਗ੍ਹਾ ਤੇ ਪਹੁੰਚੇ ਹਾਂ ਜਿੱਥੋਂ ਅਸੀਂ ਉਸਾਰੀ ਸ਼ੁਰੂ ਕਰਨੀ ਹੈ। ਪਹਿਲੀ ਚੀਜ਼ ਤਾਂ ਜੀਐਸਡੀਪੀ ਦੇ ਪਰਿਪੇਖ ਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ। ਦੂਜੀ ਗੱਲ ਹੁਣ ਤੁਸੀਂ ਗੱਲ ਕੀਤੀ ਹੈ ਵੀ ਟੈਕਸਾਂ ਦੀ। ਟੈਕਸ ਜਿਹੜਾ ਹੈ ਡੈਫੀਨੇਟਲੀ ਇੱਕ ਵੱਡੀ ਸ਼ਾਰਟਫਾਲ ਦੇਖਣ ਨੂੰ ਮਿਲ ਰਹੀ ਹੈ। ਮੈਂ ਆਪ ਥੋੜਾ ਜਿਹਾ ਦਾ ਹਿਸਾਬ ਲਾਉਂਦਾ ਸੀ ਤਾਂ ਮੈਨੂੰ ਨਜ਼ਰ ਆਇਆ ਵੀ 15,000 ਕਰੋੜ ਰੁਪਈਆ ਸਰਕਾਰ ਦੇ ਕੋਲ ਇਸ ਵਾਰ ਟੈਕਸ ਸ਼ਾਰਟਫਾਲ ਹੋ ਸਕਦੀ ਹੈ। ਪਿਛਲੇ ਬਜਟ ਦੇ ਵਿੱਚ ਜਦੋਂ ਇਹ ਸਰਕਾਰ ਨੇ ਆਪਣਾ ਪਹਿਲਾ ਬਜਟ ਪੇਸ਼ ਕੀਤਾ ਸੀ। ਡਾਕਟਰ ਖੋਸਲਾ ਥੋੜਾ ਐਡ ਕਰ ਲੈਣ ਦਿਓ। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਤੇ ਬੜੇ ਸਵਾਲ ਉੱਠਦੇ ਆ, ਉਹਨਾਂ ਨੇ ਆਪਦੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜ਼ੋਰ ਵੀ ਲਾ ਲਓ ਤਾਂ ਵੀ 6-7,000 5-6,000 ਕਰੋੜ ਦਾ ਸ਼ਾਰਟਫਾਲ ਰਹੂਗਾ। बिल्कुल ठीक है, ज्यादा रहेगा केपी जी। ही रिमेन्ड क्वाइट मॉडेस्ट इन सेइंग दिस कि 5-6,000 करोड़ रहेगा। ये 15,000 करोड़ रुपये तक दी उम्मीद है भी इन्ना शॉर्टफॉल हो सकती है। ਹੁਣ ਦੂਜੀ ਗੱਲ ਜਿਹੜੀ ਹੈ ਹੁਣ ਇਸ ਸ਼ਾਰਟਫਾਲ ਨੂੰ ਪੂਰਾ ਕਿੱਦਾਂ ਕੀਤਾ ਜਾਂਦਾ, ਜਾਂ ਤਾਂ ਬੋਰੋ ਕਰਕੇ ਨਵੇਂ ਕਰਜ਼ੇ ਚੜਾ ਕੇ ਸਿਰ ਤੇ ਜਾਂ ਫਿਰ ਟੈਕਸ ਵਧਾ ਕੇ। ਹੁਣ ਤੁਸੀਂ ਟੈਕਸਾਂ ਦੇ ਉੱਤੇ ਆਓ, ਜਿਹੜਾ ਤੁਹਾਡਾ ਮੂਲ ਪ੍ਰਸ਼ਨ ਹੈ ਵੀ ਟੈਕਸਾਂ ਨੂੰ ਜਦੋਂ ਅਸੀਂ ਦੇਖਦੇ ਹਾਂ, ਟੈਕਸਾਂ ਦੇ ਵਿੱਚ ਸਰਕਾਰ ਨੇ ਜੋ ਮਿੱਥਿਆ ਹੈ ਵੀ ਟੈਕਸ ਦੇ ਵਿੱਚੋਂ ਦੀ ਇਨਕਮ ਜਿਹੜੀ ਹੈ 45,588 ਕਰੋੜ ਰੁਪਈਆ ਪਿਛਲੇ ਸਾਲ ਸੀ, ਐਤਕੀ ਵੱਧ ਕੇ 52,835 ਕਰੋੜ ਜਾਏਗੀ ਅਗਲੇ 2023-24 ਚ। ਇਹ ਕਿੱਥੋਂ ਵੱਧ ਰਹੀ ਹੈ? ਇਹਦਾ ਮਤਲਬ ਵੀ ਸਰਕਾਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਹ 5-6,000 ਕਰੋੜ ਰੁਪਈਆ ਲੋਕਾਂ ਤੋਂ ਲੈ ਰਹੀ ਹੈ ਵੱਧ, ਕਿਸੇ ਤਰੀਕੇ ਦੇ ਨਾਲ ਨਾ ਗੈਸ ਤੇ ਨਾ ਪੈਟਰੋਲ ਤੇ ਨਾ ਡੀਜ਼ਲ ਤੇ ਕਿਸੇ ਤਰੀਕੇ ਦੇ ਨਾਲ ਸਾਨੂੰ ਕੋਈ ਰਿਬੇਟ ਨਹੀਂ ਮਿਲਣ ਵਾਲੀ। ਜੇ ਨਵੇਂ ਟੈਕਸ ਨਹੀਂ ਵੀ ਲਾਉਂਦੀ ਤਾਂ ਪਿਛਲੇ ਜਿਹੜੇ ਵੱਧ ਟੈਕਸ ਲੱਗੇ ਹੋਏ ਆ ਉਹਨਾਂ ਚ ਰਿਬੇਟ ਨਹੀਂ ਮਿਲੇਗੀ। ਠੀਕ ਹੈ। ਜਗਮੀਤ ਸਿੰਘ ਢਿੱਲੋਂ, ਕਾਂਗਰਸ ਉੱਤੇ ਵਾਕਆਊਟ ਹੀ ਕਰ ਗਈ, ਸੌਂਦੇ ਤਾਂ ਸੀ ਨਾ ਬਜਟ। ਜੀ ਦੇਖੋ, ਜਿਹੜੇ ਕਾਂਗਰਸ ਨੇ ਉੱਥੇ ਜਿਹੜੀਆਂ ਗੱਲਾਂ ਕਹੀਆਂ, ਇੱਕ ਤਾਂ ਸਾਨੂੰ ਸਭ ਤੋਂ ਵੱਡਾ ਇਤਰਾਜ਼ ਹੈ ਕਿ ਸਪੀਕਰ ਸਾਹਿਬ ਨੇ ਅੱਜ ਫਿਰ ਸਾਡੇ ਨਾਲ ਵਿਤਕਰਾ ਕੀਤਾ ਕਿ ਜਿਹੜਾ ਸਾਨੂੰ ਬਣਦਾ ਸਮਾਂ ਹੁੰਦਾ ਸੀ ਉਸ ਤੇ ਸਾਡੀ ਨਾ ਤਾਂ ਕੋਈ ਸੁਣਵਾਈ ਹੁੰਦੀ ਸੀ, ਨਾ ਸਾਨੂੰ ਬੋਲਣ ਦਿੱਤਾ ਜਾਂਦਾ ਸੀ। ਅਤੇ ਹੁਣ ਆਈਏ ਅੱਜ ਦੇ ਮੁੱਦੇ ਦੀ ਗੱਲ ਤੇ ਜੋ ਕੇਪੀ ਜੀ ਜਿਨ੍ਹਾਂ 2 ਸਮੁਦਾਇਆਂ ਨੇ ਆਦਮੀ ਪਾਰਟੀ ਨੂੰ ਸੱਤਾ ਵਿੱਚ ਲੈ ਕੇ ਆਏ ਸੀ, ਇੱਕ ਤਾਂ ਔਰਤਾਂ ਜਿਨ੍ਹਾਂ ਨਾਲ ਵਾਅਦਾ ਕੀਤਾ ਸੀ 1,000 ਰੁਪਏ ਦਾ, ਤੇ ਦੂਜੇ ਕਿਸਾਨ, ਕਿਉਂਕਿ ਤਕਰੀਬਨ ਪੇਂਡੂ ਏਰੀਆ ਖਾਸ ਕਰਕੇ ਜਿਹੜਾ ਕਿਸਾਨ ਵਰਗ ਦੇ ਨਾਲ ਸੰਬੰਧਿਤ ਸੀ, ਜਿਨ੍ਹਾਂ ਨੂੰ ਵੱਡੇ ਵੱਡੇ ਸੁਪਨੇ ਦਿਖਾਏ ਸੀ, ਉਹਨਾਂ ਦੋਨਾਂ ਵਿੱਚ ਅੱਜ ਬੜੀ ਵੱਡੀ ਨਿਰਾਸ਼ਾ ਦੇਖੀ ਗਈ। ਕਿਉਂਕਿ ਨਾ ਤਾਂ 1,000 ਰੁਪਈਆ ਦਾ ਕੋਈ ਐਲਾਨ ਹੋਇਆ ਤੇ ਨਾ ਹੀ ਕੋਈ ਕਰਜ਼ਾ ਮਾਫੀ ਦਾ ਐਲਾਨ ਹੋਇਆ, ਜਦਕਿ ਕੇਜਰੀਵਾਲ ਸਾਹਿਬ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਕਰਜ਼ਾ ਮਾਫੀ ਦਿਆ ਕਰਾਂਗੇ। ਜਦਕਿ ਅਗਰ ਅਸੀਂ ਝਾਤੀ ਮਾਰੀਏ, ਪਿਛਲੀ ਵਾਰ ਕਾਂਗਰਸ ਸਰਕਾਰ ਜਦੋਂ ਸੀ, ਕਾਂਗਰਸ ਦੀ ਸਰਕਾਰ ਦਾ ਪਹਿਲੇ ਬਜਟ ਦੇ ਵਿੱਚ 1,500 ਕਰੋੜ ਰੁਪਏ ਦੀ ਰਾਸ਼ੀ ਦਾ ਕਰਜ਼ਾ ਮਾਫੀ ਦਾ ਐਲਾਨ ਕੀਤਾ ਗਿਆ ਸੀ, ਜਿਹੜਾ ਔਸਤਨ ਜੀ ਇੱਕ ਪਿੰਡ ਦੇ ਵਿੱਚੋਂ 8 ਪਰਿਵਾਰਾਂ ਦਾ 2 ਲੱਖ ਤੱਕ ਦਾ ਕਰਜ਼ਾ ਮਾਫ ਕੀਤਾ ਜਾਂਦਾ ਸੀ। ਸੋ ਉਹਨਾਂ ਦੋਵਾਂ ਦਾ ਅੱਗੇ ਗੱਲ ਕਰੀਏ, ਬੁਢਾਪਾ ਪੈਨਸ਼ਨ ਜਿਹੜੇ ਸਾਡੇ ਬਜ਼ੁਰਗ ਨੇ, ਸੋ ਉਹਨਾਂ ਬਾਰੇ ਵੀ ਲੋਕਾਂ ਨੂੰ ਅੱਜ ਬਹੁਤ ਉਮੀਦਾਂ ਸੀ, ਸਾਡੇ ਬਜ਼ੁਰਗਾਂ ਨੂੰ ਉਮੀਦਾਂ ਸੀ ਕਿ ਸ਼ਾਇਦ ਪੈਨਸ਼ਨ ਦਾ ਐਲਾਨ ਕੀਤਾ ਜਾਵੇਗਾ, ਸ਼ਾਇਦ ਜਿਹੜੀ ਹੈ ਪੈਨਸ਼ਨ ਸਕੀਮ ਹੈ 2,500 ਰੁਪਏ ਤੱਕ ਹੋ ਜਾਏਗੀ। ਢਿੱਲੋਂ ਸਾਹਿਬ ਇਹ ਸਵਾਲ ਹੋਏ ਆ ਢਿੱਲੋਂ ਸਾਹਿਬ, ਉਹ ਕਹਿੰਦੇ ਤੁਸੀਂ ਕਰਜ਼ਾ ਹੀ ਇੰਨਾ ਚੜਾ ਗਏ ਹੋ ਤੁਹਾਡੀਆਂ ਪਿਛਲੀਆਂ ਸਰਕਾਰਾਂ, ਕਹਿੰਦੇ ਅਸੀਂ ਕਿੱਥੋਂ ਰਾਹਤ ਦੇ ਦਈਏ। ਕੇਪੀ ਜੀ ਮੈਂ ਲੈਟ ਮੀ ਕੰਪਲੀਟ, ਉੱਥੇ ਹੀ ਆ ਰਿਹਾ ਹਾਂ ਮੈਂ। ਪੰਜਾਬ ਤੇ ਚੜਿਆ 2017 ਤੱਕ 2,08,000 ਕਰੋੜ ਦਾ, 2,08,000 ਕਰੋੜ, ਤੇ ਫਿਰ 2017 ਤੋਂ ਲੈ ਕੇ 2022 ਤੱਕ ਉਸ ਦੇ ਵਿੱਚ ਵਾਧਾ ਹੋਇਆ 75,000 ਕਰੋੜ ਦਾ, ਉਹ ਬਣ ਗਿਆ
2,82,83,000 ਕਰੋੜ ਦਾ, ਤੇ ਔਸਤਨ ਸਾਡੇ ਸਮੇਂ ਇੱਕ ਸਾਲ ਵਿੱਚ ਕਰਜ਼ਾ ਚੜਿਆ 15,000 ਕਰੋੜ ਦਾ। ਤੇ ਕੇਪੀ ਜੀ ਹੈਰਾਨਗੀ ਦੀ ਗੱਲ ਹੈ ਕਿ ਜਿਹੜੇ ਕਹਿੰਦੇ ਸੀ ਕਿ ਅਸੀਂ ਕਰਜ਼ਾ ਮੁਕਤੀ ਵੱਲ ਲੈ ਕੇ ਜਾਵਾਂਗੇ, ਉਹਨਾਂ ਨੇ ਇੱਕ ਸਾਲ ਦੇ ਵਿੱਚ 31,000 ਕਰੋੜ ਦਾ ਜਿਹੜਾ ਕਰਜ਼ੇ ਦੇ ਇਜ਼ਾਫਾ ਕੀਤਾ ਹੈ। ਚਲੋ ਢਿੱਲੋਂ ਸਾਹਿਬ ਵਾਪਸ ਆ ਜਾਓ। ਮੈਂ ਢਿੱਲੋਂ ਸਾਹਿਬ ਵਾਪਸ ਮੈਂ ਸੁਣ ਲਈ ਤੁਹਾਡੀ ਗੱਲ। ਰੁਕ ਜਾਓ ਢਿੱਲੋਂ ਸਾਹਿਬ ਰੁਕ ਜਾਓ ਪਲੀਜ਼। ਪਰਮਵੀਰ ਸਿੰਘ ਤੁਹਾਡੇ ਲੀਡਰ ਤਾਂ ਇਹ ਕਹਿਣਾ ਸ਼ੁਰੂ ਕਰ ਗਏ ਆ ਵੀ ਸਾਨੂੰ ਤਾਂ ਐਂ ਲੱਗਦਾ ਪੁਰਾਣਾ ਬਜਟ ਹੀ ਉਹ ਪੜ੍ਹ ਰਹੇ ਆ ਹੁਣ ਦੇ ਖਜ਼ਾਨਾ ਮੰਤਰੀ। ਇਹੋ ਜਿਹੀ ਸਟੇਟਮੈਂਟ ਕਿਉਂ ਦਿੰਦੇ ਆ? ਦੇਖੋ, ਜੋ ਇਹਨਾਂ ਨੇ ਵਾਅਦੇ ਕੀਤੇ ਸੀ, ਜੋ ਪੁਰਾਣਾ ਇਹਨਾਂ ਨੇ ਡਾਟਾ ਦਿੱਤਾ, ਮੇਰੇ ਤੋਂ ਪਹਿਲਾਂ ਜਿਹੜੇ ਸਾਡੇ ਐਕਸਪਰਟ ਹੈਗੇ ਉਹਨਾਂ ਨੇ ਵੀ ਦੱਸਿਆ। ਦੇਖੋ, ਇਹਨਾਂ ਨੇ ਜਿਹੜਾ ਪਿਛਲਾ ਟੀਚਾ ਦਿੱਤਾ ਸੀ ਟੋਟਲ ਟੈਕਸ ਕਲੈਕਸ਼ਨ ਦਾ 95,378 ਕਰੋੜ ਦਾ ਦਿੱਤਾ ਸੀ, ਪਰ ਅੱਜ ਸਰਕਾਰ ਜਿਹੜੀ ਡੈਫੀਸਿਟ ਆ ਰਹੀ ਹੈ, ਬਿਲਕੁਲ ਸਹੀ ਇਹਨਾਂ ਨੇ ਕਿਹਾ ਵੀ ਨੀਅਰ ਅਬਾਊਟ 14,000 ਕਰੋੜ ਤੋਂ 15,000 ਕਰੋੜ ਦੀ ਟੈਕਸ ਜਿਹੜੀ ਹੈ ਕਲੈਕਸ਼ਨ ਡੈਫੀਸਿਟ ਆਏਗੀ। ਔਰ ਅਸੀਂ ਇਸ ਕਰਕੇ ਇਹ ਗੱਲ ਕਹਿ ਰਹੇ ਹਾਂ ਕਿਉਂਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ, ਮੇਰੇ ਤੋਂ ਪਹਿਲਾਂ ਪ੍ਰਵਕਤਾ ਨੇ ਦੱਸਤਾ ਵੀ ਸਾਡੀਆਂ ਭੈਣਾਂ ਦੇ ਨਾਲ ਠੱਗੀ ਮਾਰੀ ਗਈ ਜਾਂ ਆਪਣੇ ਜਿਹੜੇ ਬਜ਼ੁਰਗ ਹੈ, ਤੁਸੀਂ ਦੇਖੋ ਵੀ ਜਿਹੜੇ ਸਾਡੇ ਕਰਮਚਾਰੀ ਵਰਗ ਸੀ, ਅਗਰ ਜਿਹੜੀ ਇਹਨਾਂ ਨੇ ਸੈਲਰੀ ਰੱਖੀ ਸੀ 31,000 ਕਰੋੜ ਦੀ ਔਰ ਰਿਵਾਈਜ਼ਡ ਜਿਹੜੀ ਇਹਨਾਂ ਨੇ ਹੁਣ ਰੱਖੀ ਉਹ 33,000 ਕਰੋੜ। ਇਹਦਾ ਮਤਲਬ ਵੀ ਜਿਹੜਾ ਸਿਰਫ ਇਹਨਾਂ ਨੇ ਇਨਕਰੀਜ਼ ਕੀਤਾ ਨੀਅਰ ਅਬਾਊਟ 2.36% ਇਨਕਰੀਜ਼ ਕੀਤਾ। ਇਹਦਾ ਮਤਲਬ ਅੱਜ ਕਲੀਅਰ ਹੋ ਗਿਆ ਵੀ ਨਾ ਹੀ ਸਾਡੇ ਕਰਮਚਾਰੀ ਵੀਰਾਂ ਨੂੰ ਜਿਹੜਾ ਡੀਏ 4% ਮਿਲਣਾ ਸੀ ਉਹ ਮਿਲੇਗਾ ਔਰ ਨਾ ਹੀ ਜਿਹੜੀ 올ਡ ਪੈਨਸ਼ਨ ਸਕੀਮ ਹੈ ਉਹ ਲਾਗੂ ਹੋਏਗੀ। ਹੁਣ ਦੇਖੋ, ਦਾਅਵੇ ਤਾਂ ਬੜੇ ਕੀਤੇ ਜਾ ਰਹੇ ਸੀ ਵੀ 40,000 ਕਰੋੜ ਦੀ ਇਨਵੈਸਟਮੈਂਟ ਪੰਜਾਬ 'ਚ ਇੰਡਸਟਰੀ ਦੀ ਆ ਗਈ ਹੈ ਔਰ ਅਗਰ ਤੁਸੀਂ ਇਹਨਾਂ ਦਾ ਹੀ ਡਾਟਾ ਦੇਖੋ ਤਾਂ ਇੰਡਸਟਰੀ ਇਨਵੈਸਟਮੈਂਟ ਜਿਹੜਾ ਹੈਗਾ ਜੀ ਉਹ ਪਿਛਲੀ ਜਿਹੜਾ 529 ਕਰੋੜ ਤੋਂ ਘਟਾ ਕੇ 453 ਕਰੋੜ ਕਰ ਦਿੱਤਾ ਗਿਆ ਔਰ ਪੇਂਡੂ ਵਿਕਾਸ ਦੀ ਅਸੀਂ ਗੱਲ ਕਰੀਏ 3,000 ਕਰੋੜ ਤੋਂ ਘਟਾ ਕੇ 2,300 ਕਰੋੜ ਕਰ ਦਿੱਤਾ ਗਿਆ। ਤਾਂ ਇੱਕ ਪਾਸੇ 26% ਇਨਕਰੀਜ਼ ਦਾ ਅਸੀਂ ਗੱਲ ਕਰ ਰਹੇ ਹਾਂ ਔਰ ਜਿਹੜਾ ਇਹਨਾਂ ਨੇ ਡਾਟਾ ਦਿੱਤਾ ਉਹਦੇ ਵਿੱਚ 7% ਜਿਹੜਾ ਇਨਫਲੇਸ਼ਨ ਰੇਟ ਹੈ ਉਹ ਸਰਕਾਰ ਨੇ ਕਿਤੇ ਗਿਣਿਆ ਹੀ ਨਹੀਂ ਆંકੜਿਆਂ ਦੇ ਵਿੱਚ। ਤਾਂ ਜਿਹੜਾ ਇਹ ਐਜੂਕੇਸ਼ਨ ਪਾਲਿਸੀ ਜਿਹੜਾ ਇਨਫਲੇਸ਼ਨ ਵਾਲਾ ਪੁਆਇੰਟ ਹੈ ਮੈਂ ਵੈਲਿਡ ਮੰਨਦਾ ਇਸ ਪੁਆਇੰਟ ਨੂੰ। ਅੱਗੇ ਵਧੋ। ਔਰ ਜਿਹੜੀ ਇਹ ਐਜੂਕੇਸ਼ਨ ਦੀ ਗੱਲ ਕਰ ਰਹੇ ਆ, ਹੈਲਥ ਦੀ ਗੱਲ ਕਰ ਰਹੇ ਆ, ਅਗਰ ਤੁਸੀਂ ਇਹਨਾਂ ਦੇ ਆਪ ਦੇ ਡਾਟਾ ਨਾਲ ਕੰਪੇਅਰ ਕਰੋ, ਅਗਰ ਅਸੀਂ ਇਨਫਲੇਸ਼ਨ ਰੇਟ ਨੂੰ ਐਡ ਕਰ ਦਿੰਦੇ ਆ ਤੇ ਇਨਕਰੀਜ਼ ਕੀ ਹੋਇਆ ਐਜੂਕੇਸ਼ਨ 'ਚ? ਮਾਤਰ 4.2% ਔਰ ਹੈਲਥ ਦੇ ਵਿੱਚ ਹੋਇਆ 3.7%। ਔਰ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਹਾਂ ਔਰ ਉਹਦੇ ਵਿੱਚ ਵੀ ਹੈਲਥ ਸਿਸਟਮ ਦੇ ਵਿੱਚ ਵੀ ਜਿਹੜੀ ਇਨਕਰੀਜ਼ ਇਨ ਮੈਡੀਕਲ ਐਂਡ ਇਕਵਿਪਮੈਂਟਸ ਹੈਗੀ ਹੈ ਇਨਫਲੇਸ਼ਨ ਦੀ, ਉਹ ਵੀ ਕਿਤੇ ਕਾਊਂਟ ਨਹੀਂ ਕੀਤੀ ਗਈ। ਚਲੋ ਠੀਕ ਹੈ ਪਰਮਵੀਰ, ਠੀਕ ਹੈ, ਤੁਹਾਡਾ ਸਵਾਲ ਇੰਪੋਰਟੈਂਟ ਹੈ, ਮੈਂ ਸਵਾਲ ਲਊਂਗਾ, ਇਹ ਸਵਾਲ ਲਊਂਗਾ, ਬੜਾ ਇੰਪੋਰਟੈਂਟ ਸਵਾਲ ਹੈ। ਚੰਨੀ ਸਾਹਿਬ ਤੁਸੀਂ ਤਾਂ ਬਜਟ ਬਾਰੇ ਬੋਲਦੇ ਆ ਜਿਹੜਾ ਉਹਦੇ ਵਿਚਾਲੇ ਤੁਸੀਂ ਆਪਦੇ ਆਪ ਤੇ ਸਵਾਲ ਖੜੇ ਕਰ ਲਓ ਤਾਂ ਚੰਗੀ ਗੱਲ ਹੈ। ਚੰਨੀ ਸਾਹਿਬ, ਸਰਕਾਰ ਸਿੱਧਾ ਕਹਿ ਰਹੀ ਹੈ ਕਿ 9,035 ਕਰੋੜ ਆ ਜਿਹੜਾ ਉਹ ਤੁਸੀਂ ਰੋਕਿਆ ਹੋਇਆ ਪੰਜਾਬ ਸਰਕਾਰ ਦਾ, ਕਿਉਂ ਨਹੀਂ ਦੇ ਰਹੇ ਚੰਨੀ ਸਾਹਿਬ? ਦੇਖੋ ਕੇਪੀ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿ ਜਿਹੜਾ ਇਹ ਬਜਟ ਹੁੰਦਾ ਨਾ, ਇਹ ਇੱਕ ਬੜੀ ਸ਼ੁੱਡ ਬੀ ਰਾਦਰ ਫੁੱਲ ਆਫ ਇੰਟੈਗ੍ਰਿਟੀ, ਓਨੈਸਟੀ ਤੇ ਇੱਕ ਸਟੇਟਮੈਂਟ ਹੁੰਦੀ ਹੈ ਆਫ ਦੀ ਰੈਵਨਿਊ ਐਂਡ ਦੀ ਲਾਈਕ ਐਕਸਪੈਂਡੀਚਰ। ਪਰ ਜਦੋਂ ਅਸੀਂ ਜਿਹੜੀਆਂ ਫਿਗਰਸ ਦੀ ਫਜਿੰਗ ਦੇਖਦੇ ਆਂ, ਕਿਉਂਕਿ ਇਹ ਜਿਹੜੀਆਂ ਸਰਕਾਰਾਂ ਨੇ ਬੜੀਆਂ ਚਲਾਕੀ ਦੇ ਨਾਲ ਰੈਵਨਿਊ ਵਧਾ, ਕਿਉਂਕਿ ਅੱਜ ਆਪਾਂ ਡਿਸਕਸ ਕਰ ਰਹੇ ਹਾਂ, ਅੱਜ ਜੋ ਮਰਜ਼ੀ ਕਹਿ ਦਈਏ, ਚਾਹੇ 2,96,000 ਕਰੋੜ ਦਾ ਕਹਿ ਦਈਏ, ਆਪਾਂ ਤਾਂ 1,96,000 ਕਰੋੜ ਦਾ ਬਜਟ ਕਹਿ ਰਹੇ ਹਾਂ। ਕਿਸੇ ਦੇ ਕੋਲੇ ਕੀ ਇਹਦਾ ਹੈਗਾ ਵੀ ਇੰਨਾ ਹੋਊਗਾ, ਇੰਨਾ ਨਹੀਂ ਹੋਊਗਾ। ਤੇ ਜਿਹੜੇ ਸਾਡੇ ਖਰਚੇ ਨੇ, ਜਿਹੜੀਆਂ ਕਮਿਟਡ ਲਾਇਬਿਲਿਟੀਜ਼ ਨੇ, ਉਹਨਾਂ ਨੂੰ ਜਦੋਂ ਅਸੀਂ ਉਹਨਾਂ ਨੂੰ ਵੀ ਘਟਾ ਦਿੰਦੇ ਆ, ਉਹ ਬਹੁਤ ਵੱਡੀ ਜ਼ਿਆਦਤੀ ਹੈ। ਕਿਉਂਕਿ ਹੁਣ ਤੁਸੀਂ ਦੇਖੋ ਜਿਹੜੀਆਂ ਸੈਲਰੀ ਦਾ ਖਰਚਾ ਹੈਗਾ, ਇਹ 4% ਵੀ ਇਨਕਰੀਜ਼ ਨਹੀਂ। ਕੀ ਉਹਨਾਂ ਨੂੰ ਜਿਹੜੀ ਹੁਣ ਆਨਰੇਬਲ ਹਾਈ ਕੋਰਟ ਨੇ ਕਿਹਾ ਵੀ ਪਿਛਲੇ 3 ਸਾਲਾਂ ਦਾ ਪ੍ਰੋਬੇਸ਼ਨ ਪੀਰੀਅਡ ਦੀ ਪੂਰੀ ਸੈਲਰੀ ਦਿਓ, ਤੇ ਕੀ ਜਿਹੜੇ ਮੁਲਾਜ਼ਮਾਂ ਨੂੰ ਇਨਕਰੀਮੈਂਟ ਨਹੀਂ ਲੱਗਣੀ? ਕੀ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਨਹੀਂ ਹੋਣੀਆਂ? ਕੀ ਮੁਲਾਜ਼ਮ ਅਸੀਂ ਨਵੇਂ ਨਹੀਂ ਰੱਖਣੇ? ਮਤਲਬ ਉਹ ਜੇ ਸਾਡੀ ਜਿਹੜੀ ਦਿਆਨਤਦਾਰੀ ਹੈ ਨਾ ਕੇਪੀ, ਉਹ ਹਿੱਟ ਹੋ ਰਹੀ ਹੈ, ਜਿਹੜੀ ਕਿ ਬਹੁਤ ਮੰਦਭਾਗੀ ਔਰ ਮਾੜੀ ਗੱਲ। ਫਿਰ ਤੁਸੀਂ ਇਹ ਦੇਖੋ ਕਿ ਜਿਹੜਾ ਨੈਸ਼ਨਲ ਐਵਰੇਜ ਦੇਖੋ ਕਿੱਥੇ ਅਸੀਂ ਹੈ ਤੇ ਸਟੇਟ ਦੀ ਐਵਰੇਜ ਕੱਢ ਲਓ। ਹੁਣ ਤੁਸੀਂ ਗੁਆਂਢੀ ਸੂਬਾ ਸਾਡਾ ਛੋਟਾ, ਸਾਡੇ ਨੂੰ ਅਸੀਂ ਸਮਝਦੇ, ਸਾਡਾ ਜਿਹੜਾ ਫਿਕਸ ਕੈਪੀਟਲ ਇਨਵੈਸਟਮੈਂਟ ਹੈਗੀ ਆ ਉਹ 11,000 ਕਰੋੜ ਹੈ ਕੁਛ, ਠੀਕ ਹੈ। ਹਰਿਆਣਾ ਦੀ 56,000 ਕਰੋੜ ਹੈ। ਫਿਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਡਿੰਗਾ ਮਾਰੀ ਜਾਂਦੇ ਆ ਕਿ 41,000 ਕਰੋੜ ਰੁਪਏ ਦੀ ਇਨਵੈਸਟਮੈਂਟ ਆਉਣੀ ਹੈ ਜੀ। ਮੈਂ ਕਹਿੰਦਾ ਜ਼ਰੂਰ ਆਵੇ, ਉਦੋਂ ਵੀ ਉੱਪਰ ਆਵੇ। ਤੇ ਯੂਪੀ ਵਰਗੀ ਸਟੇਟ ਜਿਨ੍ਹਾਂ ਨੇ ਪ੍ਰਪੋਜ਼ ਕੀਤਾ ਸੀ ਵੀ ਸਾਡੇ ਕੋਲੇ 17 ਲੱਖ ਕਰੋੜ ਰੁਪਏ ਦੀ ਇਨਵੈਸਟਮੈਂਟ ਆਏਗੀ, ਇਹ ਵੀ ਪਤਾ ਕਿੰਨੀ ਆਈ ਹੈ? 33 ਲੱਖ ਕਰੋੜ। ਤੇ ਗਰੋਥ ਰੇਟ ਉਹਦਾ ਕੀ ਹੈਗਾ? 17%। ਜਿਹੜੀ ਸਟੇਟ ਨੂੰ ਸਮਝਦੇ ਸੀ ਵੀ ਇਹ ਤਾਂ ਪਤਾ ਨਹੀਂ ਕਿਹੜੀ ਸਟੇਟ ਹੈ, ਕੀ ਗੱਲਬਾਤ। ਉਹ ਜਿਹੜੀ ਗਵਰਨੈਂਸ ਹੈਗੀ ਹੈ ਨਾ, ਉਹ ਬਹੁਤ ਜ਼ਰੂਰੀ ਹੈਗੀ ਹੈ। ਚੰਨੀ ਸਾਹਿਬ ਤੁਸੀਂ ਯੂਪੀ ਦਾ ਉਦਾਹਰਨ ਦਿੱਤਾ, ਹਾਲਾਂਕਿ ਗੰਨੇ ਵਾਲਾ ਉਦਾਹਰਨ ਵੀ ਦਿੰਦੇ ਆ, ਉੱਥੇ ਰੇਟ ਕਿੰਨਾ ਹੈਗਾ ਯੂਪੀ ਦੇ ਵਿੱਚ। ਮੈਂ ਉਸ ਡਿਬੇਟ ਵਿੱਚ ਨਹੀਂ ਜਾ ਰਿਹਾ ਚੰਨੀ ਸਾਹਿਬ। ਮੇਰਾ ਸਵਾਲ ਤਾਂ ਹੈ, ਤੁਸੀਂ ਕਹਿੰਦੇ ਦਿਆਨਤਦਾਰੀ ਦੀ ਗੱਲ ਕਰਦੇ ਹੋ ਚੰਨੀ ਸਾਹਿਬ, ਦਿਆਨਤਦਾਰੀ ਫਿਰ ਤੁਸੀਂ ਵੀ ਦਿਖਾਓ ਨਾ, ਤੁਸੀਂ ਪੈਸਾ ਕਿਉਂ ਰੋਕਿਆ ਹੋਇਆ?
ਉਹ ਕਹਿੰਦੇ ਅਸੀਂ ਬਜਟ ਤਾਂ ਸਾਡਾ ਤੁਸੀਂ ਵਿਗਾੜਦੇ ਹੋ, ਤੁਸੀਂ ਸਾਨੂੰ ਉਹਦੇ ਪੈਰਾਂ ਤੇ ਖੜਾ ਨਹੀਂ ਹੋਣ ਦਿੰਦੇ। ਮੈਂ ਬਾਪ ਜੀ ਬੈਠੇ ਨੇ ਮੇਰੇ ਛੋਟੇ ਵੀਰ, ਇਹ ਚੈੱਕ ਕਰ ਲੈਣ ਵੀ ਜਿਹੜਾ ਇਹਨਾਂ ਦਾ ਬਜਟ ਬਣਿਆ ਉਹਦੇ ਵਿੱਚ ਸੈਂਟਰਲ ਗ੍ਰਾਂਟਸ ਦਾ ਕਿੰਨਾ ਹਿੱਸਾ ਹੈ ਤੇ ਸਟੇਟ ਦੇ ਰੈਵਨਿਊ ਦਾ ਕੀ ਹਿੱਸਾ ਹੈ। ਤੇ ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਜਿਹੜਾ ਸਟੇਟ ਦਾ ਰੈਵਨਿਊ ਹੈ ਉਹ ਆਲਰੇਡੀ ਸ਼ਾਰਟਫਾਲ ਹੈ 15000 ਕਰੋੜ, ਆਪਣੇ ਐਕਸਪਰਟ ਕਹਿ ਰਹੇ ਨੇ, ਤੇ ਹੋਊਗਾ ਵੀ, ਚਲੋ 15 ਤੇ ਹੋਊਗਾ, 10 ਹੋਊਗਾ। ਚੰਨੀ ਸਾਹਿਬ ਠੀਕ ਚੰਨੀ ਸਾਹਿਬ ਮੈਂ ਤੁਹਾਡੀ ਗੱਲ ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਸਰ। ਸੈਂਟਰ ਦੀਆਂ ਸਕੀਮਾਂ ਹੁੰਦੀਆਂ ਸਰ, ਇੱਥੋਂ ਟੈਕਸ ਕਲੈਕਸ਼ਨ ਵੀ ਜਾਂਦੀ ਹੈ, ਸਭ ਕੁਝ ਹੁੰਦਾ ਚੰਨੀ ਸਾਹਿਬ। ਚੰਨੀ ਸਾਹਿਬ ਮੇਰਾ ਸਵਾਲ ਤਾਂ ਬੜਾ ਸਿੱਧਾ ਨਾ, ਤੁਸੀਂ ਪੈਸਾ ਕਿਉਂ ਰੋਕਿਆ ਹੋਇਆ ਉਹਦਾ ਜਵਾਬ ਤਾਂ ਦੇ ਦਿਓ ਨਾ ਚੰਨੀ ਸਾਹਿਬ। ਮੈਂ ਉਸੇ ਤੇ ਗੱਲ ਤੇ ਆ ਰਿਹਾ। ਮੈਂ ਇਹ ਕਹਿਣਾ, ਦੇਖੋ ਇੱਕ ਨੈਸ਼ਨਲ ਹੈਲਥ ਮਿਸ਼ਨ ਹੈ, ਉਹਦੇ ਤਹਿਤ 1178 ਕਰੋੜ ਰੁਪਇਆ ਕਿੰਨਾ ਉਹ ਆਣਾ ਸੀ। ਇਹਨਾਂ ਨੇ ਕੀ ਕੀਤਾ ਕਿ ਹੈਲਥ ਵੈਲਨੈਸ ਸੈਂਟਰ ਬਣਾਉਣ ਦੀ ਥਾਂ ਤੇ, ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਜਿਹੜਿਆਂ ਦੇ ਖਿਲਾਫ ਬਹੁਤ ਜ਼ਿਆਦਾ ਸੀ, ਉਹਨਾਂ ਇਹ ਆਮ ਆਦਮੀ ਕਲੀਨਿਕਸ ਦੇ ਪੈਸੇ ਖਰਚ ਕਰ ਲੱਗ, ਉਹ ਸਕੀਮ ਤੋਂ ਬਾਹਰ। ਫਿਰ ਇਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ, ਹਾਲਾਂਕਿ ਜਿਹੜੀ ਫੂਡ ਗ੍ਰੇਨ ਕਣਕ ਹੈ, ਹੋਰ ਹੈ, ਅਨਾਜ, ਉਹ ਤਾਂ ਸੈਂਟਰ ਗਵਰਨਮੈਂਟ ਦਿੰਦੀ ਹੈ ਜਿਹੜਾ ਫ੍ਰੀ ਦੇ ਰਹੇ। ਇਹ ਕਹਿੰਦੇ ਅਸੀਂ ਤੁਹਾਨੂੰ ਉਹਦਾ ਆਟਾ ਬਣਾ ਕੇ ਦੇਵਾਂਗੇ ਤੇ ਘਰ ਘਰ ਵੀ ਪਹੁੰਚਾਵਾਂਗੇ। ਉਹ ਭਾਈ ਜਿੰਨੀ ਦੇਰ ਤੁਹਾਡੇ ਕੋਲੇ ਕਮਿਟਡ ਲਾਇਬਿਲਿਟੀਜ਼ ਪੂਰੀਆਂ ਨਹੀਂ ਹੁੰਦੀਆਂ, ਤੁਸੀਂ ਨਵੀਆਂ ਚੀਜ਼ਾਂ ਜਿਹੜੀਆਂ ਨਹੀਂ ਮੰਗੀਆਂ ਉਹਨਾਂ ਵੱਲ ਕਿਉਂ ਜਾਂਦੇ ਆ? ਜਿਹੜੀਆਂ ਗਰੰਟੀਆਂ ਹੈਗੀਆਂ, ਚੰਨੀ ਸਾਹਿਬ ਯੂਸੀ ਮੰਗ ਲਿਓ ਨਾ, ਚੰਨੀ ਸਾਹਿਬ ਯੂਸੀ ਮੰਗ ਲਿਓ, ਘੇਰ ਲਿਓ ਇਹਨਾਂ ਨੂੰ। ਹੁਣ ਕੋਈ ਪੈਸਾ ਰੋਕਿਆ ਹੋਇਆ? ਯੂਸੀ ਮੰਗ ਲਿਓ ਨਾ, ਪਤਾ ਲੱਗ ਜੂਗਾ ਕਿੱਥੇ ਲਈ ਜਾਂਦੇ ਪੈਸਾ, ਇਸ਼ਤਿਹਾਰਾਂ 'ਚ ਲਾਈ ਜਾਂਦੇ ਆ ਜਾਂ ਕਿੱਥੇ ਲਾਉਂਦੇ, ਪਤਾ ਲੱਗ ਜੂਗਾ। ਮੈਂ ਦੱਸ ਰਿਹਾ ਤੁਹਾਨੂੰ, ਇਹ ਇੰਨੇ ਮਤਲਬ ਮੈਂ ਕਹਾਂਗਾ ਕਿ ਮੈਨੂੰ ਤਰਸ ਨਹੀਂ ਆਉਂਦਾ ਪੰਜਾਬ ਦੇ ਪੈਸੇ ਤੇ ਪੰਜਾਬੀਆਂ ਦੇ ਪੈਸੇ ਤੇ। ਕਿੰਨਾ ਪੈਸਾ ਦਰਿਆ ਵਾਂਗੂ ਵਹਾਤਾ। 65 ਚੈਨਲ, ਨੈਸ਼ਨਲ ਚੈਨਲ ਤੇ ਜਿਹੜੀ ਐਡਵਰਟਾਈਜ਼ਮੈਂਟ ਚੱਲਦੀ ਹੈ ਉਹਦੇ ਨਾਲ ਸਾਡੀਆਂ ਭੈਣਾਂ ਨੂੰ 1000 ਰੁਪਇਆ ਦੇ ਦਿੰਦੇ, ਕਿਸੇ ਹੋਰ ਜਿਹੜਾ। ਚਲੋ ਮੈਂ ਬ੍ਰੇਕ ਲੈ ਲਵਾਂ ਚੰਨੀ ਸਾਹਿਬ, ਮੈਂ ਬ੍ਰੇਕ ਲੈ ਲਵਾਂ, ਮੈਂ ਇੱਕ ਥੋੜਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਮਹਿਮਾਨ ਸਾਡੇ ਕੋਲ ਜ਼ਿਆਦਾ, ਸਮਾਂ ਘੱਟ ਹੈ, ਪਰ ਬਜਟ ਵਿੱਚ ਆ ਜਿਹੜਾ ਸਵਾਲ ਬਹੁਤ ਸਾਰੇ ਆ, ਬੋਝ ਤੋਂ ਬੋਝੇ ਤੱਕ ਬਜਟ 'ਚ ਹੈ ਕੀ ਹੈ। ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਪੰਜਾਬ ਸਰਕਾਰ ਦੇ ਬਜਟ 2023-24 ਵਿੱਚ ਕੋਈ ਨਵਾਂ ਟੈਕਸ ਨਹੀਂ ਦੇ ਦਾਅਵੇ 'ਚ ਕਿੰਨਾ ਦਾਮ ਹੈ? ਇਬਾਬ ਸਿੰਘ ਗਰੇਵਾਲ, ਤੁਹਾਡਾ ਜਦੋਂ ਭਾਸ਼ਣ ਸ਼ੁਰੂ ਹੁੰਦਾ ਹੈ ਉਹ 2 ਘੰਟੇ 26 ਮਿੰਟ ਦਾ ਇਹ ਭਾਸ਼ਣ ਹੈ, ਤੇ ਸ਼ੁਰੂਆਤ ਦੇ ਵਿੱਚ ਤੁਸੀਂ ਕੇਂਦਰ ਸਰਕਾਰ 'ਤੇ ਵੀ ਅਟੈਕ ਕਰਦੇ ਹੋ, ਤੇ ਜਿਹੜਾ ਸ਼ੇਰ ਸੁਣਾਇਆ ਚੀਮਾ ਸਾਹਿਬ ਨੇ ਰਾਹਤ ਅੰਦੋਰੀ ਸਾਹਿਬ ਵਾਲਾ, ਉਹਦਾ ਮਤਲਬ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹੈ। ਗਰੇਵਾਲ ਸਾਹਿਬ ਹੁਣ ਤੁਸੀਂ ਜ਼ਿੰਮੇਵਾਰੀ ਕਿਹੜੀ ਚੱਕ ਰਹੇ ਹੋ ਪੰਜਾਬ ਦੀ? ਸਾਡੀ ਜ਼ਿੰਮੇਵਾਰੀ ਪੂਰੀ ਹੈ ਜੀ, ਸਾਡੀ ਜ਼ਿੰਮੇਵਾਰੀ ਪੂਰੀ ਹੈ। ਦੇਖੋ ਮੈਂ ਧੰਨਵਾਦੀ ਖੋਸਲਾ ਸਾਹਿਬ ਦਾ। ਪ੍ਰੋਜੈਕਟਡ GSDP 60 ਲੱਖ ਕਰੋੜ 60,000 ਕਰੋੜ ਨਾਲ ਵੱਧ ਰਿਹਾ, ਵਿਚ ਇਜ਼ ਅ ਫੈਕਟ। ਐਂਡ ਪ੍ਰੋਜੈਕਸ਼ਨਸ ਕਿਵੇਂ ਹੁੰਦੀਆਂ ਨੇ? ਜੋ ਹੁਣ ਗਰੋਥ ਰੇਟ ਹੁੰਦਾ ਉਹਨੂੰ ਦੇਖ ਕੇ। ਅਫਕੋਰਸ ਕਰੋਨਾ ਨੇ ਬੁਰਾ ਹਾਲ ਕੀਤਾ, ਪਰ ਨੋਟਬੰਦੀ ਤੇ GST ਨੇ ਪਹਿਲਾਂ ਹੀ ਸਤਿਆਨਾਸ਼ ਮਾਰਤਾ ਸੀ, ਤਾਂ ਕਰੋਨਾ ਨੇ ਸੱਟ ਜ਼ਿਆਦਾ ਮਾਰੀ। ਬਿਲਕੁਲ ਵੈਲਿਡ ਸਵਾਲ ਹੈ ਸਰ ਤੁਹਾਡਾ ਕਿ ਸ਼ਾਰਟਫਾਲ ਕਿੱਥੋਂ ਪੂਰੀ ਕਰੋਗੇ। ਸਾਡੀ ਬੜੀ ਸੋਲਿਡ ਪਲੈਨਿੰਗ ਹੈ ਕਿ ਅਰਬਨ ਡਿਵੈਲਪਮੈਂਟ ਜਿਹੜੀ ਹੈ, ਜਿਹੜਾ ਸਭ ਤੋਂ ਵੱਡਾ, ਜਿਹੜੀ ਪੰਜਾਬ ਦੇ ਵਿੱਚ 97% ਅਰਬਨ ਡਿਵੈਲਪਮੈਂਟ ਪਿੱਛੇ 25 ਸਾਲਾਂ ਵਿੱਚ ਇਲੀਗਲ ਹੋਈ ਹੈ, ਉਹ ਸਰਕਾਰ ਦੀ FD ਹੁੰਦੀ ਹੈ। ਜਦੋਂ ਚੱਜ ਦਾ ਘਰ ਬਣਦਾ, ਚੱਜ ਦੀ ਕਲੋਨੀ ਬਣਦੀ ਹੈ, ਟੈਕਸਸ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦੇ ਆ। ਐਂਡ ਅਸੀਂ ਉਹਦੇ ਤੇ ਕਨਸੈਂਟਰੇਟ ਕਰ ਰਹੇ ਹਾਂ, ਪਹਿਲੀ ਗੱਲ। ਦੂਜੀ ਗੱਲ, ਮਨਪ੍ਰੀਤ ਬਾਦਲ ਜੀ ਹਮੇਸ਼ਾ ਕਹਿੰਦੇ ਹੁੰਦੇ ਸੀ ਖਜ਼ਾਨਾ ਖਾਲੀ, ਸਾਡੇ ਚੋਂ ਕੋਈ ਨਹੀਂ ਬੋਲ ਰਿਹਾ ਜੀ। ਅਸੀਂ ਇੱਕ ਗੱਲ ਕਹਿ ਰਹੇ ਹਾਂ, ਕਿੱਥੋਂ 15,000 ਕਰੋੜ ਦੀ ਸ਼ਾਰਟਫਾਲ ਪੂਰੀ ਹੋਊਗੀ, ਕਰਪਸ਼ਨ ਰੁਕੂਗੀ। KP ਜੀ ਛੋਟਾ ਜਿਹਾ ਉਦਾਹਰਨ ਦਿੰਦਾ, ਸੜਕਾਂ ਬਣਦੀਆਂ ਸੀਗੀਆਂ ਜਿਹੜੀਆਂ ਮੰਡੀ ਬੋਰਡ ਬਣਾਉਂਦਾ ਸੀ, ਤੁਸੀਂ ਯਕੀਨ ਮੰਨੋ 2 ਕਿਲੋਮੀਟਰ ਦੇ ਫਾਸਲੇ ਤੇ 400% ਦੀ ਵੇਰੀਏਸ਼ਨ ਸੀ, 400% ਦੀ। ਬੰਦਾ ਸੋਚ ਵੀ ਨਹੀਂ ਸਕਦਾ ਕਿ ਇੱਕ ਸੜਕ ਸਪੋਜ਼ ਕਰੋ ਕਿ ਤੁਹਾਡੀ 1000 ਰੁਪਏ ਦੀ ਬਣੀ, ਦੂਜੀ ਤੁਹਾਡੀ 4000 ਦੀ ਬਣੀ, ਸੇਮ ਪਿੰਡ ਦੀ ਫਿਰ ਨਹੀਂ। ਸੋ ਇੱਥੇ ਜਿਹੜੀ ਕਰਪਸ਼ਨ ਦਾ ਜਿਹੜਾ ਸਕੇਲ ਸੀ ਨਾ, ਨੋਮੀਨਲ, ਐਵੇਂ ਨਹੀਂ ਕਰੋੜਾਪਤੀ ਬਣ ਜਾਂਦੇ ਹੁੰਦੇ, ਇੱਕ ਫਿਨੋਮੀਨਲ ਸਕੇਲ ਸੀ। ਅਸੀਂ ਇਹ ਸਕੇਲ ਥੱਲੇ ਲਾ ਰਹੇ ਹਾਂ। ਕਾਂਗਰਸ ਦੀ ਇੱਕ ਬੇਨਤੀ ਸੀ, ਅੱਜ ਉਹਨਾਂ ਨੂੰ ਬਾਰ-ਬਾਰ ਕਿਹਾ ਗਿਆ ਕਿ ਵੀਰੋ ਸੁਣ ਲਓ। ਸਪੀਕਰ ਸਾਹਿਬ ਨੇ ਕਿਹਾ ਤੁਹਾਨੂੰ ਦੁਬਾਰਾ ਮੌਕਾ ਦੇਵਾਂਗੇ, ਪਰ ਗੱਲ ਇਹ ਹੈ ਕਿ ਜਦੋਂ ਬਾਜਵਾ ਸਾਹਿਬ ਨੂੰ ਲੱਗਦੀ ਕੇਂਦਰ ਸਰਕਾਰ ਈਸਟ ਇੰਡੀਆ ਕੰਪਨੀ ਹੈ, ਹਾਂ ਇਹ ਗੱਲ ਹੋ ਰਿਹਾ ਕਿ ਈਸਟ ਇੰਡੀਆ ਕੰਪਨੀ ਸਿਕਿਉਰਿਟੀ ਲਈ ਬੈਠੇ ਆ, ਤਾਂ ਉਹ ਵਿਚਾਰੇ ਕਿੱਥੋਂ ਸੁਣਨਗੇ? ਉਹਨਾਂ ਨੂੰ ਤਾਂ ਮਾਦਾ ਹੀ ਨਹੀਂ ਸੀ। ਔਰਤਾਂ ਤੇ ਕਿਸਾਨਾਂ ਦੀ ਗੱਲ ਕਹਿ ਰਹੇ ਆ, 59 ਲੱਖ ਪੀਪਲ ਸਾਡੇ ਜਿਹੜੇ ਪੈਨਸ਼ਨ ਦੇ ਕਵਰ ਚ ਆ ਰਹੇ ਆ। 1 ਲੱਖ ਬੰਦਾ ਫਾਲਤੂ ਸੀ ਸਰ, 1 ਲੱਖ ਬੰਦਾ। ਤੁਸੀਂ ਸੋਚ ਕੇ ਦੇਖੋ, 1500 ਰੁਪਏ ਪਰ ਬੰਦਾ ਲਾ ਕੇ ਦੇਖੋ ਪ੍ਰਤੀ ਮਹੀਨਾ। ਹੁਣ ਰਹੀ ਗੱਲ, ਮੈਂ 2 ਗੱਲਾਂ ਹੋਰ ਕਹੂੰਗਾ ਜੀ, ਮੈਂ 2 ਗੱਲਾਂ ਹੋਰ ਕਹੂੰਗਾ। ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਤੁਸੀਂ ਟੈਕਸ ਡੈਫਿਸਿਟ ਵੀ ਦੱਸ ਰਹੇ ਹੋ, ਤੁਸੀਂ ਕਹਿ ਰਹੇ ਹੋ ਤੁਸੀਂ ਐਗਰੀਕਲਚਰ ਤੇ ਇੰਡਸਟਰੀ ਤੇ ਇਨਵੈਸਟਮੈਂਟ ਵੀ ਘਟਾਤੀ। ਜਿਹੜੇ ਯੂਪੀ ਦੇ ਵਿੱਚ ਇਹ ਕਹਿ ਰਹੇ ਨਾ ਸਰ, ਸਿੰਪਲ ਜੀ ਗੱਲ ਨਹੀਂ, ਤੁਸੀਂ ਸੈਂਟਰਲ ਕਿਟੀ ਨੂੰ ਕੀ ਦਿੰਦੇ ਹੋ ਤੇ ਸੈਂਟਰਲ ਕਿਟੀ ਤੁਹਾਨੂੰ ਕੀ ਦਿੰਦੀ ਹੈ?
ਪੰਜਾਬ ਤੇ ਹਰਿਆਣਾ ਨਾਰਥ ਚੋਂ 2 ਸਟੇਟਸ ਨੇ ਜਿਹੜੀਆਂ ਕਿ ਸੈਂਟਰ ਨੂੰ ਵੱਧ ਦਿੰਦੀਆਂ ਨੇ। ਸਾਨੂੰ 100 ਰੁਪਏ ਦਿੱਤੇ ਮਗਰ ਸਿਰਫ ਕੇਂਦਰ ਤੋਂ ਲਗਭਗ 53 ਰੁਪਏ ਮੁੜਦੇ ਆ। ਸਾਊਥ ਇਦੋਂ ਵੀ ਘੱਟ ਮੁੜਦੇ ਆ। ਯੂਪੀ ਨੂੰ ਜੇ 100 ਮਿਲਦਾ, ਯੂਪੀ ਜੇ 100 ਦਿੰਦਾ ਉਹਨੂੰ 200 ਰੁਪਇਆ ਮਿਲਦਾ ਵਾਪਸ। ਇਹ ਵੋਟਾਂ ਦੇ ਆਧਾਰ ਤੇ ਚੱਲਦਾ। ਠੀਕ ਹੈ। ਡਾਕਟਰ ਖੋਸਲਾ ਇੱਕ ਮਿੰਟ। ਡਾਕਟਰ ਖੋਸਲਾ, ਜਦੋਂ ਸਰਕਾਰ ਇਹ ਕਹਿੰਦੀ ਹੈ ਕਿ ਸਿੱਖਿਆ, ਸਿਹਤ ਤੇ ਖੇਡਾਂ ਦੇ ਬਜਟ ਵਿੱਚ ਵਾਧਾ ਕੀਤਾ 12% ਕਹਿੰਦੇ ਉਹਦੇ ਵਿੱਚ ਅਸੀਂ ਵਧਾਇਆ, ਖੇਡਾਂ ਦੇ ਵਿੱਚ ਵਧਾਇਆ 258 ਕਰੋੜ ਦੀ ਇਹ ਗੱਲ ਕਰਦੇ ਆ। ਡਾਕਟਰ ਖੋਸਲਾ, ਮੈਂ ਸਮਝਣਾ ਚਾਹੁੰਦਾ ਇਨਫਲੇਸ਼ਨ ਨੂੰ ਵਿੱਚ ਜੋੜਦੇ ਆ ਕਿ ਨਹੀਂ ਜੋੜਦੇ? ਕਿਉਂਕਿ ਇਹਨਾਂ ਨੇ ਸਵਾਲ ਵੀ ਇੱਕ ਅੱਛਾ ਚੁੱਕਿਆ ਸੀ ਅਕਾਲੀ ਦਲ ਨੇ ਇਨਫਲੇਸ਼ਨ ਵਾਲਾ। ਕੇਪੀ ਜੀ, ਇਨਫਲੇਸ਼ਨ ਜਿਹੜੀ ਹੁੰਦੀ ਹੈ 2 ਤਰੀਕੇ ਦੇ ਨਾਲ ਅਸੀਂ ਕੰਪਿਊਟ ਕਰਦੇ ਹਾਂ ਇਹਨਾਂ ਫਿਗਰਸ ਨੂੰ। ਇਹ ਆਮ ਤੌਰ ਤੇ ਅਸੀਂ ਦੇਖੀਦਾ ਹੈ, ਜਿਹੜਾ ਮਰਜ਼ੀ ਵਿੱਤ ਮੰਤਰੀ ਹੋਵੇ, ਭਾਵੇਂ ਉਹ ਕੇਂਦਰ ਦੇ ਵਿੱਤ ਮੰਤਰੀ ਹੈ ਜਾਂ ਕਿਸੇ ਸੂਬੇ ਦੇ ਵਿੱਤ ਮੰਤਰੀ ਹੈ, ਜਿਸ ਹਿਸਾਬ ਨਾਲ ਉਹਨਾਂ ਨੂੰ ਠੀਕ ਲੱਗਦਾ ਉਹ ਉਸ ਹਿਸਾਬ ਦੇ ਨਾਲ ਪ੍ਰੋਜੈਕਸ਼ਨਸ ਦਿੰਦੇ ਨੇ। ਅੱਜ ਜਦੋਂ ਵਿੱਤ ਮੰਤਰੀ ਜੀ ਆਪਣੀਆਂ ਪ੍ਰੋਜੈਕਸ਼ਨਸ ਦੇ ਰਹੇ ਸੀਗੇ, ਉਹਨਾਂ ਨੇ ਕੁਝ ਤਾਂ ਦਿੱਤੀਆਂ ਬਜਟ ਐਸਟੀਮੇਟਸ ਦੇ ਨਾਲ। ਮੈਂ ਉਦਾਹਰਨ ਦੇ ਨਾਲ ਗੱਲ ਕਰੂੰਗਾ। ਗਰੇਵਾਲ ਸਾਹਿਬ, ਕੈਪੀਟਲ ਐਕਸਪੈਂਡੀਚਰ ਦੇ ਬਾਰੇ ਉਹਨਾਂ ਨੇ ਕਿਹਾ ਕਿ ਕੈਪੀਟਲ ਐਕਸਪੈਂਡੀਚਰ ਸਾਡਾ 10,981 ਕਰੋੜ ਰੁਪਏ ਤੇ ਜਾ ਰਿਹਾ ਹੈ। ਹੁਣੇ ਚੰਨੀ ਸਾਹਿਬ ਨੇ ਵੀ ਇਸ ਦੇ ਬਾਰੇ ਗੱਲ ਕੀਤੀ ਸੀ ਵੀ 11,000 ਕਰੋੜ ਦੇ ਬਾਰੇ ਤਕਰੀਬਨ ਜਾ ਰਿਹਾ ਉੱਥੇ। ਲੇਕਿਨ ਪਿਛਲੇ ਸਾਲ ਕਿੰਨਾ ਮਿੱਥਿਆ ਸੀਗਾ? ਅਸੀਂ ਮਿੱਥਿਆ ਸੀਗਾ 10,354 ਕਰੋੜ। ਉਸ ਹਿਸਾਬ ਦੇ ਨਾਲ ਇਹ ਤਕਰੀਬਨ 6.5 ਤੋਂ 7% ਦੀ ਗਰੋਥ ਬਣਦੀ ਹੈ। ਲੇਕਿਨ 10,000 ਕਰੋੜ ਚੋਂ ਜਦੋਂ ਅਸੀਂ ਇਹ ਦੇਖਦੇ ਹਾਂ ਵੀ 2023 ਆਂਦੇ 31 ਮਾਰਚ 2023 ਤੱਕ ਕਿੰਨਾ ਜਾਏਗਾ, ਉਹ 8800 ਕਰੋੜ ਰੁਪਈਆ ਬਣਦਾ। ਤਾਂ ਵਿੱਤ ਮੰਤਰੀ ਜੀ 8800 ਕਰੋੜ ਦੇ ਉੱਤੇ 10,981 ਨੂੰ ਭਾਗ ਕਰਨਾ ਸ਼ੁਰੂ ਕਰ ਦਿੰਦੇ ਨੇ, ਜਿਹਦੇ ਨਾਲ ਉਹ 12% ਨਜ਼ਰ ਆਉਂਦਾ। ਡਾਕਟਰ ਖੋਸਲਾ ਇਹ ਕਹਿ ਰਹੇ ਆ 12% ਅਸੀਂ ਐਜੂਕੇਸ਼ਨ 'ਚ ਵਧਾਇਆ, 55% ਅਸੀਂ ਸਪੋਰਟਸ 'ਚ ਵਧਾਇਆ। ਇਹ ਸਰ ਮੈਨੂੰ ਦੱਸ ਦਿਓ ਨਾ ਕਿਵੇਂ ਡਾਟਾ ਦੇ ਰਹੇ ਇਹ ਜਿਹੜੀ ਇਹ ਅੰਕੜਿਆਂ ਦਾ ਹੇਰ-ਫੇਰ ਹੁੰਦਾ ਹੈ। ਕਦੇ ਕੋਈ ਰਿਵਾਈਜ਼ਡ ਫਿਗਰਸ ਹੁੰਦੀਆਂ ਨੇ ਜਾਂ ਬਜਟਡ ਫਿਗਰਸ। ਕੇਪੀ ਜੀ, 2 ਬੜੀਆਂ ਸਿੱਧੀਆਂ ਚੀਜ਼ਾਂ ਨੇ। ਬਜਟਡ ਫਿਗਰਸ ਹੁੰਦੀਆਂ ਜਿਹੜੀਆਂ ਅੱਜ ਅਸੀਂ ਬਜਟ ਦੇ ਵਿੱਚ ਰੱਖੀਆਂ ਨੇ, ਜੋ ਤਜਵੀਜ਼ ਰੱਖੀ ਹੈ ਵੀ ਅਸੀਂ ਇੰਨਾ ਖਰਚਾ ਕਰਾਂਗੇ। ਜੇ ਉਹ ਪੂਰਾ ਨਹੀਂ ਹੁੰਦਾ, ਅਸੀਂ ਕਿਸੇ ਚੀਜ਼ ਤੇ 100 ਰੁਪਏ ਮਿੱਥੇ ਨੇ, ਲੱਗਦੇ ਆ 70 ਰੁਪਏ, ਅਗਲੇ ਸਾਲ ਅਸੀਂ 110 ਕਰਦੇ ਆ। ਅਸੀਂ 100 ਤੋਂ 110 ਨਹੀਂ ਦੱਸੇਗਾ ਵਿੱਤ ਮੰਤਰੀ, ਉਹ ਅਗਲਾ ਵਿੱਤ ਮੰਤਰੀ ਇਹ ਕਹੇਗਾ 70 ਤੋਂ 110 ਤੇ ਗਿਆ ਮੈਂ। ਇੱਥੇ ਸਮੱਸਿਆ ਖੜੀ ਹੁੰਦੀ ਹੈ। ਤਾਂ ਚਾਹੇ ਉਹ ਐਜੂਕੇਸ਼ਨ ਹੈ, ਚਾਹੇ ਉਹ ਜਿਹੜਾ ਹੈਲਥ ਹੈ, ਸਪੋਰਟਸ ਹੈ, ਆਰਟ ਐਂਡ ਕਲਚਰ ਹੈ, ਇਹ ਸਾਰੇ ਜਿਹੜੇ ਅੰਕੜੇ ਨੇ ਇਹ ਚੈੱਕ ਕਰਨਾ ਪੈਂਦਾ ਵੀ ਇਹ ਕਿਸ ਚੀਜ਼ ਦੀ ਕਿੱਥੋਂ ਦੀ ਕੈਲਕੂਲੇਸ਼ਨ ਕਰ ਰਹੇ ਨੇ। ਚਲੋ ਠੀਕ ਹੈ। ਚੰਨੀ ਸਾਹਿਬ, ਇੱਕ ਜਿਹੜਾ ਸਬਸਿਡੀ ਵਾਲਾ ਮਸਲਾ ਵਾਰ-ਵਾਰ ਖੜਾ ਹੁੰਦਾ, ਤੁਸੀਂ ਲੋਕ ਵੀ ਚੱਕਦੇ ਹੋ, ਰੇਵੜੀ ਕਲਚਰ ਤੁਸੀਂ ਉਹਨੂੰ ਕਹਿ ਦਿੰਦੇ ਹੋ। ਚੰਨੀ ਸਾਹਿਬ, ਜਿਹੜਾ ਕਿਸਾਨਾਂ ਲਈ ਇਹਨਾਂ ਨੇ ਸਬਸਿਡੀ ਉਹ ਜਾਰੀ ਰੱਖੀ ਹੈ, ਜਿਹੜਾ ਫੰਡਸ ਇਹਨਾਂ ਨੇ ਹੁਣ ਦੱਸਿਆ ਕਿ ਇੰਨਾ ਸਾਡਾ ਟਾਰਗੇਟ ਹੋਊਗਾ, ਉਹਦੇ ਨਾਲ ਤੁਸੀਂ ਸਹਿਮਤ ਹੋ ਸਰ? ਦੇਖੋ, ਜਿਹੜੀ ਸਬਸਿਡੀ ਚੱਲ ਰਹੀ ਆ ਉਹ ਤਾਂ ਇਹਨਾਂ ਨੂੰ ਜਾਰੀ ਰੱਖਣੀ ਪੈਣੀ ਹੈ, ਕਿਉਂਕਿ ਕੋਈ ਵੀ ਸਰਕਾਰ ਜਿਹੜੀ ਮੌਕੇ ਦੀ ਆ ਉਹ ਉਹਨੂੰ ਨਹੀਂ ਮਨਾ ਕਰ ਸਕਦੀ। ਹੁਣ ਗੱਲ ਇਹ ਹੈਗੀ ਹੈ, ਜਿਸ ਤਰ੍ਹਾਂ ਆਪਾਂ ਸਾਰੇ ਗੱਲ ਕਰ ਰਹੇ ਹਾਂ ਕਿ ਜਦੋਂ ਸਾਡੇ ਕੋਲੇ ਰੈਵਨਿਊ ਸਰਪਲਸ ਹੈ ਹੀ ਨਹੀਂ ਤੇ ਅਸੀਂ ਨਵਾਂ ਟੈਕਸ ਵੀ ਨਹੀਂ ਲਾ ਰਹੇ, ਤੇ ਇਹ ਜਿਹੜੀ ਗਾਜ ਗਿਰਨੀ ਹੈ ਨਾ ਕੇਪੀ, ਉਹ ਇਹਨਾਂ ਖਰਚਿਆਂ ਦੇ ਉੱਤੇ ਆ ਕੇ ਗਿਰਨੀ ਹੈ। ਹੁਣ ਕਹਿੰਦੇ ਜੀ ਐਮੀਨੈਂਸ, ਸਕੂਲ ਆਫ ਐਮੀਨੈਂਸ ਬਣਾ ਰਹੇ ਆ, ਇੱਕ ਮਿੰਟ ਕਰੋ, ਆਮ ਆਦਮੀ ਕਲੀਨਿਕਸ ਬਣਾ ਰਹੇ। ਉਹ ਜਦੋਂ ਸਾਡਾ ਰੈਵਨਿਊ ਨਾ ਸਾਡੇ ਕੋਲੇ ਜਨਰੇਟ ਹੋ ਸਕਿਆ, ਉਦੋਂ ਸਾਡੇ ਕੋਲੇ ਕੋਈ ਚਾਰਾ ਨਹੀਂ। ਅਸੀਂ ਚੰਨੀ ਸਾਹਿਬ ਤਾੜੀ ਤੇ 2 ਹੱਥਾਂ ਨਾਲ ਵੱਜਦੀ ਨਾ। ਚੰਨੀ ਸਾਹਿਬ, ਤੁਸੀਂ ਬੜੇ ਸਿਆਣੇ ਹੋ ਸਰ, ਮੈਨੂੰ ਕਹਿੰਦੇ ਵੀ ਚੰਗਾ ਨਹੀਂ ਲੱਗਦਾ। ਮੈਂ ਤੁਸੀਂ ਥੋੜੀ ਜਿਹੀ ਮਹਿੰਗਾਈ ਘਟਾਓ, ਫਿਰ ਥੋੜਾ ਇਹਨਾਂ ਨੂੰ ਆਪਾਂ ਕਹਿੰਦੇ ਆ ਵੀ ਤੁਸੀਂ ਵੀ ਘਟਾਓ। ਤੁਸੀਂ ਕਿਉਂ ਨਹੀਂ ਘਟਾਉਂਦੇ? ਦੇਖੋ, ਜਿਹੜੀ ਮਹਿੰਗਾਈ ਹੈਗੀ ਹੈ ਨਾ ਉਹ 5-6-7% ਦੇ ਵਿੱਚ ਰਹਿੰਦੀ ਹੈ। ਇਹ ਰਾਦਰ ਆਪਣੇ ਮੁਲਕ ਦੇ ਵਿੱਚ, ਜੇ ਤੁਸੀਂ ਯੂਕੇ ਨੂੰ ਲੈ ਲਓ, ਹੋਰ ਵੱਡੇ ਕੰਟਰੀਜ਼ ਨੂੰ ਲੈ ਲਓ, ਉੱਥੇ ਬਹੁਤ ਬੁਰਾ ਹਾਲ ਹੈ। ਅਸੀਂ ਫਿਰ ਵੀ ਕੋਵਿਡ ਦੇ ਬਾਵਜੂਦ ਵੀ ਸਾਡੀ ਜਿਹੜੀ ਮਹਿੰਗਾਈ ਹੈ, ਜਾਂ ਸਾਡੀ ਇਨਵੈਸਟਮੈਂਟ ਹੈਗੀ ਹੈ, ਜਾਂ ਸਾਡਾ ਸਾਰਾ ਸਿਸਟਮ ਹੈਗਾ ਇਨ ਪਲੇਸ ਹੈਗਾ, ਠੀਕ ਚੱਲ ਰਿਹਾ। ਚਲੋ, ਤੁਹਾਡੀ ਮਹਿੰਗਾਈ ਠੀਕ ਹੈ, ਤੇ ਜਿਹੜੀ ਸਟੇਟ ਗਵਰਨਮੈਂਟ ਕੋਈ ਟੈਕਸ ਨਹੀਂ ਲਾਉਂਦੀ, ਮਾਲੀਆ ਕਿੱਥੋਂ ਲੈ ਕੇ ਆਊਗੀ? ਉਹਦੇ ਵਿੱਚ ਤਰਕ ਜਿਹੜੇ ਦੇ ਰਹੀ ਸਟੇਟ ਗਵਰਨਮੈਂਟ। ਮੈਂ ਤੁਹਾਨੂੰ ਦੱਸ ਦਿੰਦਾ, ਇਹ ਇੱਕ ਨਵਾਂ ਰਿਵਾਜ ਬਣ ਗਿਆ ਕੇਪੀ ਕਿ ਜਿਹੜੇ ਟੈਕਸ ਲਾਉਣੇ ਆ ਨਾ, ਉਹ ਹੁਣ ਪਿੱਛੇ ਜਿਹਨਾਂ ਨੇ ਵੈਟ ਵਧਾਇਆ ਸੀ 90 ਪੈਸੇ, ਉਹ ਸੈਸ਼ਨ 'ਚ ਵਧਾਇਆ ਸੀ, ਬਜਟ 'ਚ ਵਧਾਇਆ ਸੀਗਾ। ਇਹ ਜਿਹੜੀਆਂ ਸਰਕਾਰਾਂ ਨੇ ਹੁਣ ਉਹ ਕੀ ਕਰਦੀਆਂ ਨੇ? ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਚੰਨੀ ਸਾਹਿਬ, ਤੁਸੀਂ ਮੈਨੂੰ ਇੱਕ ਚੀਜ਼ ਦੱਸ ਦਿਓ, ਜਦੋਂ ਸੈਂਟਰ ਟੈਕਸ ਲਾਉਂਦੀ ਹੈ ਸਰ ਪੈਟਰੋਲ ਡੀਜ਼ਲ ਤੇ, ਉਹ ਬਜਟ ਵਾਲੇ ਲਾਉਂਦੀ ਹੈ? ਨਹੀਂ, ਉਹ ਤਾਂ ਜਿਹੜਾ ਇੰਟਰਨੈਸ਼ਨਲ ਪ੍ਰਾਈਸਿਸ ਦੇ ਨਾਲ ਚੱਲਦਾ ਸਿਸਟਮ,
ਇਹ ਇਹਨਾਂ ਨੇ ਆਪਣੇ ਤੌਰ ਤੇ ਲਾਇਆ ਵੈਟ ਦਾ ਇੰਟਰਸਟ। ਸਰ ਇਹ ਕਿਹੜੇ ਪ੍ਰਾਈਸਸ ਨਾਲ ਜਾਣ ਦੱਸੋ ਮੈਨੂੰ ਸਟੇਟ ਦੇ ਰੈਵਨਿਊ ਨਾਲ ਲਿੰਕ ਹੈ ਸਰ, ਇਹ ਕਿਹੜੇ ਪ੍ਰਾਈਸਸ ਨਾਲ ਜਾਣ ਦੱਸੋ ਸਟੇਟ ਗਵਰਨਮੈਂਟ ਵਾਲੇ, ਉਹ ਵੀ ਦੱਸ ਦਿਓ ਨਾ ਸਰ। ਫਿਰ ਇਹਨਾਂ ਨੂੰ ਆਪਣਾ ਜਿਹੜੇ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਚਲੋ ਆ। ਮਸਲਾ ਚਾਦਰ ਦਾ ਹੀ ਹੈ ਸਰ, ਮਸਲਾ ਚਾਦਰ ਦਾ ਹੀ ਹੈ ਚੰਨੀ ਸਾਹਿਬ, ਚੰਨੀ ਸਾਹਿਬ ਮਸਲਾ ਚਾਦਰ ਦਾ ਹੀ ਹੈ। ਤੇ ਚਾਦਰ ਜਾ ਕੇ ਬਿਜਲੀ ਦੇ ਕਰੰਟ ਨਾਲ ਕਦੇ ਫਟ ਜਾਂਦੀ ਹੈ, ਕਦੇ ਕੁਝ ਹੋ ਜਾਂਦਾ। ਮੈਂ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਬਾਅਦ ਵਾਪਸ ਆਊਂਗਾ। ਮਸਲਾ ਸਬਸਿਡੀ ਦਾ ਬਹੁਤ ਵੱਡਾ ਤੇ ਕਰਜ਼ੇ ਵਾਲਾ ਸਵਾਲ ਵੀ ਬਹੁਤ ਵੱਡਾ ਹੈਗਾ, ਹਾਲਾਂਕਿ ਇਹ ਡਿਬੇਟ ਵੀ ਬਹੁਤ ਵੱਡੀ ਹੋਣੀ ਚਾਹੀਦੀ ਹੈ, ਪਰ ਵਕਤ ਜ਼ਿਆਦਾ ਨਹੀਂ ਹੈਗਾ। ਵਾਪਸ ਆ ਰਹੇ ਹਾਂ, ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਪੰਜਾਬ ਸਰਕਾਰ ਦੇ ਬਜਟ 2023-24 'ਚ ਕੋਈ ਨਵਾਂ ਟੈਕਸ ਨਹੀਂ ਦੇ ਦਾਅਵੇ 'ਚ ਕਿਹਨਾਂ ਦਾ? ਪਰਮਵੀਰ ਸਿੰਘ, PSPCL ਦੇ ਮਾਮਲੇ ਵਿੱਚ ਸਰਕਾਰ ਨੇ ਉੱਥੇ ਸਦਨ ਦੇ ਵਿੱਚ ਦੱਸਿਆ ਕਿ 9000 ਕਰੋੜ ਦੀ ਸਬਸਿਡੀ ਦਾ ਜਿਹੜਾ ਪੈਸਾ ਹੈਗਾ ਉਹ ਪੈਂਡਿੰਗ ਪਿਆ PSPCL ਨੂੰ ਦੇਣਾ, ਤੇ ਜਿਹੜੀ ਹੋਣ ਵਾਲੀ ਸਬਸਿਡੀ ਹੈ ਉਹ ਨਿਯਮਿਤ ਅਦਾਇਗੀ ਕੀਤੀ ਜਾ ਰਹੀ ਹੈ। ਉਹ ਸਵਾਲ ਤੁਹਾਡੀਆਂ ਸਰਕਾਰ ਤੇ ਉੱਠਿਆ 2014-15 ਤੋਂ ਹੁਣ ਤੱਕ ਇਹ ਪੈਂਡਿੰਗ ਪਿਆ। ਪਰਮਵੀਰ ਸਿੰਘ, ਤੁਸੀਂ ਕਿਉਂ ਨਹੀਂ ਮੋੜਿਆ PSPCL ਨੂੰ? ਦੇਖੋ ਮੈਂ ਫੇਰ ਉਹੀ ਕਵਾਂਗਾ, PSPCL ਨੂੰ ਜਿਹੜੀਆਂ ਸਰਕਾਰਾਂ ਉਹ ਦਿੰਦੀਆਂ ਰਹੀਆਂ, ਪਰ ਇਹ ਜਿਹੜਾ ਡਾਟਾ ਇਹਦੇ 'ਚ ਹੇਰ-ਫੇਰ ਕੀਤਾ ਗਿਆ। ਟੋਟਲ ਜਿਹੜੀ ਲਾਇਬਿਲਿਟੀ ਹੈ ਉਹ 22000 ਕਰੋੜ ਦੀ ਹੈ ਉਹਦੇ ਵਿੱਚ, ਔਰ ਜਿਹਦੇ 'ਚੋਂ 19000 ਕਰੋੜ ਜਿਹੜਾ ਇਸ ਸਰਕਾਰ ਦਾ ਹੈ, ਔਰ ਇਹ ਸਰਕਾਰ ਨੇ ਹਲੇ ਤੱਕ ਉਹਨਾਂ ਨੂੰ ਇੱਕ ਪੈਨੀ ਨਹੀਂ ਦਿੱਤੀ। ਔਰ ਉਹ ਪਰਮਵੀਰ ਸਿੰਘ ਇਸ ਸਰਕਾਰ ਦੇ ਡਾਟੇ ਨੂੰ ਚੈਲੰਜ ਕਰੋ ਨਾ। ਪਰਮਵੀਰ ਸਿੰਘ, 2014-15 ਤੋਂ ਇਹਨਾਂ ਨੇ ਰਿਕਾਰਡ ਉੱਥੇ ਰੱਖਦੇ, ਕਹਿੰਦੇ ਤੁਹਾਡੇ ਕੰਢੇ ਬੀਜੇ ਅਸੀਂ ਚੁਗੀ ਜਾਂਦੇ ਹੁਣ ਤੱਕ। ਦੇਖੋ ਜੀ, ਸਰਕਾਰ ਦੇ ਵਿੱਚ ਜਿਹੜਾ ਇਹ ਡਾਟਾ ਹੈ, ਤੁਸੀਂ ਆਪ ਵੀ ਜਾਣਦੇ ਹੋ, ਡਾਟਾ ਕੁਝ ਹੋਰ ਦਿੰਦੇ ਆ, ਔਰ 10 ਦਿਨਾਂ ਬਾਅਦ ਜਦੋਂ ਡਾਟਾ ਆ ਜਾਂਦਾ ਫਿਰ ਪ੍ਰੈਸ ਕਾਨਫਰੰਸ ਵੀ ਨਹੀਂ ਹੁੰਦੀ। ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇ ਦੇਣਾ। ਹੁਣੇ ਅਬਾਬ ਗਰੇਵਾਲ ਸਾਹਿਬ ਨੇ ਕਿਹਾ ਵੀ ਜਿਹੜੀ ਸਾਡੀ ਮਾਈਨਿੰਗ ਪਾਲਿਸੀ ਹੈ ਉਹ 31 ਮਾਰਚ ਤੋਂ ਬਾਅਦ ਲਾਗੂ ਹੋਏਗੀ, ਜਦਕਿ ਜਿਹੜੀ ਮਾਈਨਿੰਗ ਪਾਲਿਸੀ ਹੈ 24/8/2022 ਨੂੰ ਲਾਗੂ ਹੋ ਚੁੱਕੀ ਸੀ, ਔਰ ਜਿਹੜੀ ਪਾਲਿਸੀ ਹੈ ਉਹਦੀ ਕਾਪੀ ਆ ਰਹੀ, ਔਰ ਇਹ ਇਹਨਾਂ ਦੀ ਸਰਕਾਰ ਦੀ ਪਾਲਿਸੀ ਹੈ। ਉਸ ਦੇ ਬਾਵਜੂਦ ਵੀ ਸਿਰਫ 154 ਕਰੋੜ ਜਿਹੜਾ 20000 ਕਰੋੜ ਆ, ਚਲੋ ਮੈਂ ਉਹਨੂੰ ਕੁਆਟਰਲੀ ਵੀ ਡਿਵਾਈਡ ਕਰ ਦਿੰਨਾ, ਤੇ ਤਾਂ ਵੀ 5000 ਕਰੋੜ ਦੀ ਜਗ੍ਹਾ 153 ਕਰੋੜ ਆ ਰਿਹਾ। ਚਲੋ ਠੀਕ ਹੈ। ਆਪਣੇ ਜਗਮੀਤ ਸਿੰਘ ਢਿੱਲੋਂ, ਜਿਹੜਾ ਇਹ ਕਹਿ ਰਿਹਾ ਸੀ ਜਿਹੜੀ ਪਛਵਾੜਾ ਮਾਈਨ ਚਲਾਈ ਹੈ 250 ਕਰੋੜ ਰੁਪਏ ਬਚਾ ਲਿਆ ਪੰਜਾਬ ਦਾ। ਜਗਮੀਤ ਸਿੰਘ ਢਿੱਲੋਂ ਜੀ, ਦੇਖੋ ਇਹ ਸਰਕਾਰੀ ਆંકੜਿਆਂ ਵਿੱਚ ਹੇਰ-ਫੇਰ ਕਰਕੇ ਲੋਕਾਂ ਦੀਆਂ ਅੱਖਾਂ ਵਿੱਚ ਧੂਲ ਝੋਕਦੇ ਨੇ, ਹੋਰ ਕੁਝ ਨਹੀਂ ਹੈ। ਇਹਨਾਂ ਨੇ ਸ਼ੇਰ ਬੜਾ ਸੋਹਣਾ ਸੁਣਾਇਆ ਹਰਪਾਲ ਚੀਮਾ ਜੀ ਦੀ, ਅਸੀਂ ਵੀ ਇੱਕ ਸੁਣਾਉਨੇ ਕਿ ਆਪ ਇਸ कदर अवाम पे एहसान करते हैं, आंखें भी छीन लेते हैं और फिर चश्मे दान करते हैं। केपी जी ਇਹਨਾਂ ਪਿਛਲੇ ਬਜਟ ਵਿੱਚ ਕਿਹਾ ਸੀ 16 ਮੈਡੀਕਲ ਕਾਲਜ ਕਿ ਆંકੜਿਆਂ ਦੀ ਮੈਂ ਐਗਜ਼ਾਮਪਲ ਦੇ ਰਿਹਾ ਕਿ ਉਹ ਬਣ ਗਏ। ਇਹਨਾਂ ਕਿਹਾ ਸੀ ਕਿ ਮੁਹਾਲੀ ਵਿਖੇ ਫੋਕਲ ਇੰਡਸਟਰੀ ਪੁਆਇੰਟ ਐਸਟੈਬਲਿਸ਼ ਕਰਾਂਗੇ 100 ਕਰੋੜ ਰੁਪਈਆ ਲਾ ਕੇ, ਕਿ ਉਹ ਐਸਟੈਬਲਿਸ਼ ਹੋਇਆ। ਇਹਨਾਂ ਕਿਹਾ 1.5 ਕਰੋੜ ਲੋਕਾਂ ਨੂੰ ਘਰ ਘਰ ਆਟਾ ਪਹੁੰਚਾਵਾਂਗੇ, ਕਿ ਕਿਸੇ ਨੂੰ ਵੀ ਆਟਾ ਪਹੁੰਚਿਆ। ਇੰਸਟੈਡ ਜਿਹੜੇ 3 ਲੱਖ ਲੋਕਾਂ ਦੇ ਰਾਸ਼ਨ ਕਾਰਡ ਜਿਹੜੇ ਰੱਦ ਕਰ ਦਿੱਤੇ ਗਏ, ਇਹ ਗੱਲਾਂ ਕਰ ਰਹੇ ਨੇ। ਐਂਡ ਉਸ ਤੋਂ ਵੀ ਅੱਗੇ ਅੱਜ ਦੁਹਾਈ ਦੇ ਰਹੇ ਸੀ 9035 ਕਰੋੜ ਸੈਂਟਰ ਨੇ, ਅਸੀਂ ਸੈਂਟਰ ਤੋਂ ਲੈਣਾ ਹੈ। ਭਾਈ ਸਾਹਿਬ ਅਰਵਿੰਦ ਕੇਜਰੀਵਾਲ ਤੇ ਕਹਿੰਦੇ ਸੀ ਕਿ ਮੈਂ 20000 ਕਰੋੜ ਦਾ ਇੱਥੋਂ ਪ੍ਰਬੰਧ ਕਰੂੰਗਾ, ਦੂਜਾ ਉੱਥੋਂ ਕਰੂੰਗਾ। ਸੋ ਅੱਜ ਅਸੀਂ ਪਿਛਲੀਆਂ ਸਰਕਾਰਾਂ ਨੂੰ ਭੰਡੀ ਜਾਈਏ ਜਾਂ ਸੈਂਟਰਲ ਗਵਰਨਮੈਂਟ ਤੇ ਬਿੱਲ ਫਾੜੀਏ, ਉਹ ਗੱਲ ਨਹੀਂ ਬਣਦੀ। ਕਿਉਂਕਿ ਪਿਛਲੀ ਅਗਰ ਤੁਸੀਂ ਸਪੀਚ ਸੁਣੋਗੇ केपी जी पिछले साल दी हरपाल चीमा जी ते भगवंत मान जी दी जदों बजट होया सी, उन्हें कहा सी कि 1 साल मैनू होर दे दिओ, मैं बहुत सौगातां लेके आवांगा। चलो एज अ नौजवान, एज अ यूथ लीडर मैं इन्हां तों पुछना चाहुंदा कि अज यूथ लई की सी, क्योंकि पंजाब दा मेजोरिटी नौजवान निराशा विच आके विदेश जा रहे ने, ते तुसीं कहंदे सी नौजवानां नूं रखो। ग्रेवाल साहब दस देण नौजवानां लई की सी। चलो चन्नी साहब लास्ट पॉइंट। चन्नी साहब इस बजट नूं तुसीं सिर्फ इस एंगल नाल देखना कि विरोध करना, बजट में कुछ नहीं है। चन्नी साहब मेरी आवाज़ आ रही थोड़े तक? मतलब चन्नी साहब तक आवाज़ नहीं पहुँचती पई। अबाब सिंह गरेवाल तुहाडी सरकार ते बहुत वड्डे सवाल है कि करजे दे बोझ नाल बजट दबिया होया ते तुसीं सिर्फ ये दिखावे नूं कह रहे हो कि आम आदमी दे पक्खी बजट है। केपी जी देखो आंकड़ियां बारे कुछ नहीं, झटका साहब जी, झटका साहब सिंपल जी गल है। कोई भी आंकड़ियां का हेर फेर कर सकता है। असी इन्वेस्ट कर रहे हैं अपने फ्यूचर, असी इन्वेस्ट कर रहे हैं बच्चों के भविष्य, बच्चों की पढ़ाई, असी इन्वेस्ट कर रहे हैं पंजाब दे विच टूरिज्म बढ़ाउण। यस कैपिटल एक्सपेंडिचर घट होया भाई, यस होया, खोसला साहब जोड़ के दस रहे हैं, बट 2 गल्लां होर ने। ਜਿਹੜਾ ਸਭ ਤੋਂ ਵੱਡਾ ਅਰਬਨ ਇਨਫਰਾ ਹੈ ਉਹਦੇ ਤੇ ਤੁਹਾਡਾ ਸਰਕਾਰ ਦਾ ਐਕਸਪੈਂਡੀਚਰ ਨਹੀਂ ਹੁੰਦਾ, ਉਹ ਲਿਟਰਲ ਟੈਕਸ ਗੇਨ ਹੁੰਦੇ ਨੇ, ਉਹਦੀ ਪਾਲਿਸੀ ਇੱਕ ਪਾਸੇ ਲਾਉਂਦੀ ਹੈ।
ਮੈਂ ਗੱਲਾਂ ਸੁਣੀਆਂ, ਸਾਰੇ ਵੀਰ ਬਹੁਤ ਸਹੀ ਗੱਲਾਂ ਕਹਿੰਦੇ ਨੇ ਕਿ ਤੁਸੀਂ ਆਹ ਨਹੀਂ ਕੀਤਾ, ਤੁਸੀਂ ਆਹ ਨਹੀਂ ਕੀਤਾ, ਇੰਨੀ ਤੁਹਾਡੀ ਪ੍ਰੋਜੈਕਸ਼ਨ। ਮੈਂ ਇੱਕ ਸਿੰਪਲ ਜੀ ਗੱਲ ਦੱਸੂਗਾ ਜੀ, ਸਿੰਪਲ ਜੀ ਗੱਲ। ਸਾਡੇ ਫੋਕਸ ਕੀ ਨੇ? ਪੰਜਾਬ ਨੂੰ ਆਮਦਨ ਕਿੱਥੋਂ ਆ ਸਕਦੀ ਹੈ? ਟੂਰਿਜ਼ਮ ਤੋਂ, ਐਗਰੀਕਲਚਰ ਡਾਈਵਰਸਿਫਿਕੇਸ਼ਨ ਤੋਂ, ਇੰਡਸਟਰੀਅਲ ਆਊਟਪੁੱਟ ਤੋਂ। ਅਸੀਂ ਉਹਨਾਂ ਚੀਜ਼ਾਂ ਵੱਲ ਕਨਸੈਂਟਰੇਟ ਕਰ ਰਹੇ ਹਾਂ। ਪਹਿਲੀ ਗੱਲ ਫੋਕਲ ਪੁਆਇੰਟ ਦੀ ਗੱਲ ਹੋਈ, ਸਰ ਜੀ 250 ਕਰੋੜ ਰੁਪਇਆ ਰੱਖਿਆ, ਸਮਝੋ ਮੇਰੀ ਗੱਲ, ਫੋਕਲ ਪੁਆਇੰਟਸ ਰੱਖੇ ਹੋਏ ਨੇ। ਪਿਛਲੀ ਵਾਰ 100 ਕਰੋੜ ਰੱਖਿਆ ਸੀ ਗਰੇਵਾਲ ਸਾਹਿਬ, ਬਟ ਲਗਾਇਆ ਨਹੀਂ। ਸੋ ਅੰਕੜਾ ਦੇਖ ਕੇ ਅਸੀਂ ਕਹਿ ਦਈਏ ਬਟ ਲਗਾਈਏ ਨਾ, ਉਸ ਦਾ ਕੋਈ ਮੋਟਿਵ ਨਹੀਂ ਹੁੰਦਾ। ਭਾਈ ਜੀ ਸਦਨ ਚ ਬੋਲੇ, ਸਦਨ ਚ ਵੀ ਆ ਕਰਦੇ ਹੋ, ਬਾਹਰ ਨਾ ਕਰਿਆ ਕਰੋ। ਮੈਂ ਇੱਕ ਗੱਲ ਕਹਿ ਰਿਹਾ, ਜਿਹੜੀਆਂ ਚੀਜ਼ਾਂ ਦੀ ਪੈਸੇ ਕਹੇ ਨੇ ਉਹਦੇ ਲਈ ਰੱਖੇ ਨੇ। ਅਸੀਂ ਸਾਡਾ ਬਜਟ ਇਨਵੈਸਟਿੰਗ ਇਨ ਪੰਜਾਬ ਫਿਊਚਰ। ਯੈਸ ਕਮੀਆਂ ਨੇ, ਬਿਲਕੁਲ ਮੁਨਕਰ ਨਹੀਂ ਹੁੰਦੇ ਉਸ ਗੱਲ ਤੋਂ। ਯੈਸ ਆਮਦਨ ਦੇ ਜ਼ਰੀਏ ਲੱਭਣੇ ਪੈਣੇ ਆ। ਅਮੈਂਡਮੈਂਟ ਨੂੰ ਨਵੀਂ ਪਾਲਿਸੀ ਨਾ ਦੱਸੋ ਭਾਈ ਸਾਹਿਬ, ਇਹ ਅਮੈਂਡਮੈਂਟ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਲੁੱਟ-ਖੋਹ ਰੋਕ ਲਈਏ, ਪਰ ਕੋਈ ਗੱਲ ਨਹੀਂ, ਮਾਨਯੋਗ ਮੁਕੁਟ ਬੈਠਾ, ਨਵੀਂ ਪਾਲਿਸੀ ਵੀ ਆਊਗੀ। ਐਂਡ ਸਭ ਤੋਂ ਵੱਡੀ ਆਮਦਨ, ਤੁਸੀਂ ਕਿਹਾ ਇਸ ਤੋਂ ਪਹਿਲਾਂ ਗੱਲ ਹੋਈ ਪੰਜਾਬੀਆਂ ਨੂੰ ਸ਼ੀਸ਼ਾ ਦਿਖਾਉਣਾ ਚਾਹੀਦਾ ਸੀ। ਕੇਪੀ ਜੀ ਮੈਂ ਸਕੂਲ ਸੀ ਜਦੋਂ ਚੱਲੀ ਸਰ ਡੀਸੀਸੀ ਲੁਧਿਆਣੇ ਦੇ, ਸਾਨੂੰ ਸਿਖਾਇਆ ਜਾਂਦਾ ਸੀ ਕਿ ਸਰਕਾਰ ਦਾ ਕੰਮ ਪ੍ਰੋਫਿਟ ਕਮਾਉਣਾ ਨਹੀਂ ਹੁੰਦਾ, ਲੋਕਾਂ ਦੀ ਭਲਾਈ ਕਰਨਾ ਹੁੰਦਾ। ਮੈਂ ਮਾਣ ਨਾ ਕਹਿਣਾ ਇਹ ਲੋਕਾਂ ਦੀ ਭਲਾਈ ਤੇ ਭਵਿੱਖ 'ਚ ਇਨਵੈਸਟਮੈਂਟ ਕੀਤੀ ਹੈ ਪੰਜਾਬ। ਸਾਨੂੰ ਠੀਕ। ਡਾਕਟਰ ਖੋਸਲਾ ਲਾਸਟ ਪੁਆਇੰਟ ਸਰ, ਮੈਂ ਚਰਚਾ ਸਮਾਪਤ ਕਰਨੀ। ਡਾਕਟਰ ਖੋਸਲਾ ਇਹ ਕਹਿੰਦੇ ਅਰਬਨ ਡਿਵੈਲਪਮੈਂਟ ਨਾਲ ਅਸੀਂ ਪੰਜਾਬ ਦੇ ਖਜ਼ਾਨੇ ਵਿੱਚ ਮਾਇਆ ਲੈ ਕੇ ਆਵਾਂਗੇ, ਫਿਰ ਨਾਲ ਇਹ ਕਹਿੰਦੇ ਆ ਕਰਪਸ਼ਨ ਦੇ ਉੱਤੇ ਸੱਟ ਮਾਰ ਰਹੇ ਅਸੀਂ, ਉਹਦੇ ਨਾਲ ਮਾਇਆ ਆਊਗੀ। ਫਿਰ ਇਹ ਕਹਿੰਦੇ ਆ ਕਿ ਜਦੋਂ ਸੜਕਾਂ ਬਣਦੀਆਂ ਸੀਗੀਆਂ ਤੇ ਇੰਨੇ % ਕਮਿਸ਼ਨ ਲਿਆ ਜਾਂਦਾ ਸੀਗਾ, ਉਹ ਵੀ ਕਰਪਸ਼ਨ ਸੀ, ਉਹਨੂੰ ਵੀ ਅਸੀਂ ਦੂਰ ਕਰਾਂਗੇ। ਫਿਰ ਇਹ ਕੋਲ ਮਾਈਨ ਦੀ ਗੱਲ ਕਰਦੇ ਆ, ਉਦੋਂ ਹੀ ਪੈਸੇ ਬਚਾਵਾਂਗੇ। ਸਰ ਪਾਲਿਸੀਜ਼ ਹੋਣੀਆਂ, ਮਾਈਨਿੰਗ ਪਾਲਿਸੀ ਹੋਣੀ, ਐਗਰੀਕਲਚਰ ਪਾਲਿਸੀ ਹੋਣੀ ਆ, ਕਹਿੰਦੇ ਪੈਸਾ ਬਹੁਤ ਬਚਾਉਣਾ। ਡਾਕਟਰ ਖੋਸਲਾ ਤੁਹਾਨੂੰ ਫਿਰ ਵੀ ਸ਼ੱਕ ਹੈ? मैं सारी चीज तो सहमत है जी, हर चीज चो पैसा आएगा, जो ये गल कहते हैं 100% मैं गरेवाल साहब दे नाल है, पैसा आएगा। पर जेड़ी गल है बई पैसा जेड़ा है वो क्या जे आ भी जांदा सी मुफ्त बिजली और मुफ्त बस राइड्स दे लई दवांगे, वो पैसा असी किस तरीके दे नाल इकट्ठा कर रहे हैं और किहड़े पासे लावांगे। दूसरी चीज जेड़ा पिछले साल का घाटा सी वो इस साल असी कर्जा लेके पूरा किया, जेड़ा इस साल का घाटा है वो असी होर अगले साल घाटा पूरा करांगे कर्जा लेके। तुसी इस वेले दे डाटा देखो केपी जी, बजट दे विच जो अज वित्त मंत्री जी ने पेश किए हैं, 35,000 करोड़ रुपया पिछले साल दे लई रखिया सी, 10,000 करोड़ रुपया ਉਹਦੇ ਚ ਵੱਧ ਕਰਨਾ ਪਿਆ। 45,000 ਕਰੋੜ ਰੁਪਇਆ ਸਾਨੂੰ 31 ਮਾਰਚ 2023 ਤੱਕ ਲੈਣਾ ਪੈ ਰਿਹਾ, 45,000 ਕਰੋੜ ਰੁਪਇਆ ਇੰਨੇ ਦਾ ਕਰਜ਼ਾ। ਅਗਲੇ ਸਾਲ ਦੇ ਲਈ ਕਰਜ਼ਾ ਜੋ ਮਿੱਥਿਆ ਹੋਇਆ ਉਹ ਹੈਗਾ 49,000 ਕਰੋੜ। ਮੈਂ 35 ਤੋਂ ਚੱਕਦਾ, ਮੈਂ 45 ਤੋਂ ਨਹੀਂ ਚੱਕਦਾ, ਮੈਂ 35,000 ਕਰੋੜ ਤੋਂ ਚੱਕਦਾ। ਜੇ 35,000 ਕਰੋੜ ਤੋਂ ਵੀ ਦੇਖੀਏ ਤਾਂ 14,000 ਕਰੋੜ ਰੁਪਇਆ ਸਰਕਾਰ ਉਹ ਕਰਜ਼ਾ ਜ਼ਿਆਦਾ ਲੈਣ ਜਾ ਰਹੀ ਹੈ। ਮੈਂ ਆਪਣਾ ਐਸਟੀਮੇਟ ਤੁਹਾਨੂੰ ਲਾ ਕੇ ਦੱਸਿਆ ਵੀ 15,000 ਕਰੋੜ ਰੁਪਇਆ ਸਰਕਾਰ ਨੂੰ ਘਾਟਾ ਪੈ ਰਿਹਾ, ਸ਼ਾਰਟਫਾਲ ਹੋ ਰਹੀ ਹੈ। ਇਹਦਾ ਮਤਲਬ ਹੈ ਵੀ 49 ਪਲੱਸ ਜੇ ਅਸੀਂ ਬਹੁਤ ਕੰਜ਼ਰਵੇਟਿਵ ਹੋ ਜਾਂਦੇ, ਘੱਟੋ ਘੱਟ ਵੀ 10,000 ਕਰੋੜ ਦਾ ਘਾਟਾ ਆਏਗਾ ਤਾਂ 60,000 ਕਰੋੜ ਦੇ ਲਾਗੇ ਐਤਕੀ ਜਿਹੜਾ ਹੈ ਸਰਕਾਰ ਚੱਕਣ ਜਾ ਰਹੀ ਹੈ ਕਰਜ਼ਾ। ਤੇ ਤੁਸੀਂ ਫ੍ਰੀ ਜਿਹੜੀਆਂ ਇਲੈਕਟ੍ਰਿਸਿਟੀ ਜਾਂ ਫ੍ਰੀ ਬੱਸ ਰਾਈਡਸ ਦੇਣੀਆਂ ਉਹ ਕਿਸੇ ਤਰੀਕੇ ਦੇ ਨਾਲੋਂ ਤਰਕਸੰਗਤ ਨਹੀਂ। ਕੋਈ ਨਵਾਂ ਟੈਕਸ ਨਹੀਂ, ਇਹ ਸਰਕਾਰ ਦੇ ਦਾਅਵੇ 'ਚ ਦਾਅਵਾ ਤੁਹਾਨੂੰ ਲੱਗਦਾ ਕੋਈ ਨਵਾਂ ਟੈਕਸ ਨਹੀਂ ਲੱਗੇਗਾ? ਪਰ ਗੇਰਿਆ ਵੀ ਨਹੀਂ ਹੈ ਕਿਸੇ ਤਰੀਕੇ ਦੇ ਨਾਲ, ਸਰਕਾਰ ਨੇ ਗੇਰਿਆ ਵੀ ਨਹੀਂ ਹੈ। ਮੈਂ ਤੁਹਾਨੂੰ ਦੱਸਿਆ ਵੀ ਟੈਕਸ ਜਿਹੜੇ ਘਟਾਉਣ ਦੇ ਹਾਲਾਤ 'ਚ ਵੀ ਸਰਕਾਰ ਨਹੀਂ ਹੈ। ਚਲੋ ਗਰੇਵਾਲ ਸਾਹਿਬ ਲਾਸਟ ਕਮੈਂਟ ਫਟਾਫਟ। ਕਰਜ਼ਾ ਚੱਕ ਕੇ ਤੁਸੀਂ ਪੰਜਾਬ ਦੇ ਲੋਕਾਂ ਵਿੱਚ ਆਪਦਾ ਉਹ ਕਰ ਰਹੇ ਹੋ, ਪ੍ਰਚਾਰ ਕਰਦੇ ਪਿਓ। ਦੋ ਗੱਲਾਂ ਕਰੂੰਗਾ ਜੀ। ਪਹਿਲੀ ਗੱਲ, ਕਰਜ਼ਾ ਚੱਕਣਾ ਬੁਰੀ ਗੱਲ ਨਹੀਂ ਹੁੰਦੀ, ਕਰਜ਼ਾ ਨਾ ਮੋੜਨਾ ਬੁਰੀ ਗੱਲ ਹੁੰਦੀ ਹੈ। ਤੇ ਮੈਨੂੰ ਪਤਾ ਹੈ ਬਹੁਤ ਸਾਰੇ ਇਕਨੋਮਿਸਟ ਨੂੰ ਫ੍ਰੀਬੀਜ਼ ਨਾਲ ਪ੍ਰੋਬਲਮ ਹੈ, ਫ੍ਰੀਬੀ ਕਹਿੰਦੇ, ਪਰ ਅਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹਾਂ ਕਿ ਇੱਕ ਲੁੱਟੇ ਕਸੁੱਟੇ ਕੁੱਟੇ ਲੋਕ ਨੇ, ਉਹਨਾਂ ਨੂੰ ਸਰਕਾਰ ਦੀ ਮਦਦ ਦੀ ਲੋੜ ਹੈ, ਉਹ ਮਦਦ ਦੇ ਰਹੇ। ਪਹਿਲੀ ਗੱਲ। ਗਰੇਵਾਲ ਸਾਹਿਬ ਮੇਰੇ ਤੋਂ ਸੁਣ ਲਓ। ਗਰੇਵਾਲ ਸਾਹਿਬ 15,946 ਕਰੋੜ ਰੁਪਏ ਪ੍ਰਿੰਸੀਪਲ ਅਮਾਉਂਟ ਸੀ, 20,100 ਕਰੋੜ ਰੁਪਏ ਤੁਸੀਂ ਕਰਜ਼ਾ ਵਿਆਜ ਵਾਪਸ ਕੀਤਾ। ਸੁਣ ਲਓ ਨਾ ਸਰ, ਸੁਣ ਲਓ। ਅਗਲਾ ਤੁਸੀਂ ਰੱਖਿਆ 16,626 ਕਰੋੜ ਹੈ ਜਿਹੜਾ ਪ੍ਰਿੰਸੀਪਲ ਅਮਾਉਂਟ ਹੈ, 22,000 ਕਰੋੜ ਤੁਸੀਂ ਵਿਆਜ ਵਾਪਸ ਕਰਨ ਦਾ ਟੀਚਾ ਰੱਖਿਆ। ਬੋਲੋ ਗਰੇਵਾਲ ਸਾਹਿਬ ਹੁਣ। ਹਾਂ ਜੀ ਬਿਲਕੁਲ ਰੱਖਿਆ। 55 ਲੱਖ ਕਰੋੜ ਮੋਦੀ ਜੀ ਪਿਛਲੇ 8 ਸਾਲਾਂ 'ਚ ਲੈ ਚੁੱਕੇ ਆ। ਸਮਝੋ ਅਸੀਂ ਆਪਾਂ ਮੋਦੀ ਦੇ ਰਾਹ ਤੇ ਚੱਲਣਾ ਹੈ। ਗਰੇਵਾਲ ਸਾਹਿਬ ਮੋਦੀ ਦੇ ਰਾਹ ਤੇ ਚੱਲਣਾ ਆਪਾਂ। ਗਰੇਵਾਲ ਸਾਹਿਬ 100 ਲੱਖ ਕਰੋੜ। ਇਟ ਇਜ਼ ਨਾਟ ਰੋਂਗ ਸਰ। ਸੁਣੋ ਮੇਰੀ ਗੱਲ। 100 ਲੱਖ ਕਰੋੜ ਤੁਸੀਂ ਗਲਤ ਕਹਿ ਰਹੇ ਹੋ, 55 ਲੱਖ ਮੈਂ ਐਡ ਕਰ ਰਿਹਾ, 100 ਲੱਖ ਕਰੋੜ ਲੈ ਚੁੱਕੇ ਨੇ। ਥੈਂਕ ਯੂ। ਹੁਣ ਮੇਰੀ ਗੱਲ ਸੁਣੋ, ਮੈਂ ਇੱਕ ਗੱਲ ਕਹਿ ਰਿਹਾ ਕਿ ਦੇਖੋ, ਇੱਕ ਥਾਂ ਤੇ ਇੱਕ ਇਕਨੋਮੀ ਸਟਾਲਡ ਸੀ, ਉਹ ਸਟਾਲਡ ਇਕਨੋਮੀ ਨੂੰ ਡਾਈਵਰਸਿਫਾਈ ਕਰਨ ਲਈ, ਉਸ ਸਟਾਲਡ ਇਕਨੋਮੀ ਦੀ ਜਾਨ ਫੂਕਣ ਲਈ ਸਹੀ ਥਾਵਾਂ ਤੇ ਪ੍ਰੈਸ਼ਰ ਪਾਉਣ ਦੀ ਲੋੜ ਹੈ। ਅਸੀਂ ਉੱਥੇ ਪ੍ਰੈਸ਼ਰ ਪਾ ਰਹੇ, ਜਿਹੜੀਆਂ ਚੀਜ਼ਾਂ ਧਿਆਨ ਨਹੀਂ ਦਿੱਤਾ ਗਿਆ, ਜਿਹੜੀ ਡਾਈਵਰਸਿਫਿਕੇਸ਼ਨ ਨਾਲ, ਟੂਰਿਜ਼ਮ ਨਾਲ,
ਐਗਰੀ ਇੰਡਸਟਰੀਅਲ, ਜਿੱਥੇ ਧਿਆਨ ਹੀ ਨਹੀਂ ਦਿੱਤਾ ਗਿਆ ਅਸੀਂ ਉਧਰ ਧਿਆਨ ਦੇ ਰਹੇ ਹਾਂ। ਜਿਹੜੇ ਅਦਾਰੇ ਡੈਡ ਸੀ ਉਹਨਾਂ ਨੂੰ ਰਿਵਾਈਵ ਕਰ ਚਲੋ, ਰਹੇ ਹਾਂ। ਠੀਕ ਹੈ। ਪੰਜਾਬ ਦੇ ਸਿਰੋਂ ਕੋਡ ਲਾ ਕੇ ਹਟਾ। ਚਲੋ, ਬਹੁਤ ਧੰਨਵਾਦ ਗਰੇਵਾਲ ਸਾਹਿਬ ਤੁਹਾਡਾ, ਖੋਸਲਾ ਸਾਹਿਬ ਤੁਹਾਡਾ ਬਹੁਤ ਧੰਨਵਾਦ, ਜਗਮੀਤ ਢਿੱਲੋਂ ਤੁਹਾਡਾ ਬਹੁਤ ਧੰਨਵਾਦ, ਚੰਨੀ ਸਾਹਿਬ ਤੁਹਾਡਾ ਬਹੁਤ ਧੰਨਵਾਦ, ਪਰਮਜੀਤ ਸਿੰਘ ਤੁਹਾਡਾ ਬਹੁਤ ਧੰਨਵਾਦ। ਆਖਿਰ ਵਿੱਚ ਫਿਰ ਮੈਂ ਹਰਪਾਲ ਚੀਮਾ ਮਹਾਰਾਜ ਨੇ ਜਿਹੜਾ ਰਾਹਤ ਤੰਦੋਰੀ ਸਾਹਿਬ ਦਾ ਸ਼ੇਅਰ ਸੁਣਾਇਆ ਸੀ ਉਸੇ ਨਾਲ ਹੀ ਸਮਾਪਤ ਕਰੂੰਗਾ। ਕਿਤੇ ਸ਼ੇਅਰ ਉਹਨਾਂ ਤੇ ਨਾ ਕੋਈ ਸੁਣਾ ਦੇਵੇ ਇਸ ਤੋਂ ਬਾਅਦ, ਕਿਉਂਕਿ 5 ਸਾਲ ਦਾ ਰਿਪੋर्ट कार्ड ਜਦੋਂ जनता मंगूगी, हमसे पहले भी मुसाफिर कई गुजरे होंगे, कम से कम राह के पत्थर तो हटा जाते। बहुत धन्यवाद।